ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜੁਨ ਗੁਰੂ ਵਰ ਸ਼੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ। ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ। ਜਬ ਜਾਗਰਤ ਸੋ ਅਵਸਥਾ ਹੋਏ। ਰਚਿਓ ਸਮਾਜ ਬਿਨ ਸੇਗਾ ਸੋਏ। ਝੂਠੋ ਜਾਣਹਿ ਨਹਿ ਪਛਤਾਵੈ। ਤਿਮ ਰਚਨਾ ਜਗ ਕੀ ਦ੍ਰਿਸ਼ਟਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਤਖਤ ਚਾਵਰ ਛਤਰ ਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਚੋਲਾ ਸਾਹਿਬ ਵਿਖੇ ਸ਼ਾਮ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਸਰਬੱਤ ਮਾਈ ਭਾਈ ਵਡਭਾਗੀ ਹੋ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪ ਸਿੱਖ ਸੰਗਤਾਂ ਸਰਵਣ ਕਰਦੇ। ਪਿਛਲੇ ਪ੍ਰਸੰਗ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਪ੍ਰਗਟ ਹੋਏ ਕਾਰਾਗ੍ਰਹਿ ਦੇ ਵਿਖੇ। ਸਾਰੇ ਬੜਾ ਖੁਸ਼ ਹੋਏ। ਸਤਿਗੁਰੂ ਜੀ ਨੂੰ ਨਮਸਕਾਰਾਂ ਕਰ ਕਰਕੇ ਸਤਿਗੁਰੂ ਜੀ ਦੀ ਜੈ ਜੈਕਾਰ ਕਰਦੇ ਹੋਏ ਸਿਪਾਹੀ ਚਲੇ ਗਏ। ਜਮਾਦਾਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਬੇਨਤੀ ਕਰਦਾ
ਕਿ ਸੱਚੇ ਪਾਤਸ਼ਾਹ ਜੀ ਇਹ ਬਾਦਸ਼ਾਹ ਬੜਾ ਕਰੂਰ ਹੈ। ਸੱਚੇ ਪਾਤਸ਼ਾਹ ਜੇ ਆਪ ਜੀ ਇਸੇ ਤਰ੍ਹਾਂ ਚਲੇ ਗਏ ਤੇ ਸਾਨੂੰ ਪਰਿਵਾਰ ਦੇ ਸਮੇਤ ਮਾਰ ਦੇਵੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਹੌਸਲਾ ਦੇਣ ਲੱਗੇ। ਉਸ ਜਮਾਦਾਰ ਨੂੰ ਕਹਿੰਦੇ ਵੀ ਅਸੀਂ ਜਾਣ ਵਾਸਤੇ ਨਹੀਂ ਆਏ, ਜੇ ਅਸੀਂ ਜਾਣਾ ਹੀ ਹੁੰਦਾ ਤੇ ਫਿਰ ਇੱਥੇ ਆਉਂਦੇ ਹੀ ਨਾ। ਬਾਦਸ਼ਾਹ ਸਾਨੂੰ ਕੈਦ ਨਹੀਂ ਸੀ ਕਰ ਸਕਦਾ। ਇਹਦੇ ਵਿੱਚ ਸਮਰੱਥਾ ਨਹੀਂ ਕਿ ਸਾਨੂੰ ਪਕੜ ਕੇ ਬੰਧਨ ਪਾ ਕੇ ਰੱਖ ਸਕੇ। ਅਸੀਂ ਆਪਣੀ ਮਰਜ਼ੀ ਦੇ ਨਾਲ ਆਏ ਹਾਂ। ਆਪਣੇ ਸਰੀਰ ਰੂਪੀ ਠੀਕਰਾ ਇਹਦੇ ਸਿਰ ਭੰਨਾਂਗੇ, ਇਹਨੂੰ ਝੂਠਾ ਪਾ ਕਰਕੇ ਜੋ ਗੁਰੂ ਨਾਨਕ ਸਾਹਿਬ ਨੇ ਇਹਨਾਂ 'ਤੇ ਕਿਰਪਾ ਕੀਤੀ, ਰਾਜ ਭਾਗ ਦਿੱਤਾ, ਉਹ ਤੇਜ ਪ੍ਰਤਾਪ ਇਹਨਾਂ ਦਾ ਖੋਹ ਲਵਾਂਗੇ, ਨਾਸ ਕਰ ਦੇਵਾਂਗੇ ਇਸ ਦਾ ਰਾਜ ਭਾਗ। ਔਰ ਸਤਿਗੁਰੂ ਜੀ ਉਸ ਨੂੰ ਕਹਿੰਦੇ ਵੀ ਤੂੰ ਕਿਸੇ ਤਰ੍ਹਾਂ ਦਾ ਸ਼ੰਕਾ ਨਾ ਕਰ ਮਨ ਵਿੱਚ, ਤੂੰ ਕੋਈ ਡਰ ਨਾ ਰੱਖ ਮਨ ਦੇ ਵਿੱਚ, ਤੁਹਾਡਾ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਅਸੀਂ ਹੋਣ ਦੇਵਾਂਗੇ। ਸਤਿਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ, ਗੁਰੂ ਸਾਹਿਬ ਜੀ ਦਾ ਤੇਜ ਪ੍ਰਤਾਪ ਵੇਖ ਕੇ ਉਹ ਜਮਾਦਾਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਰਧਾਲੂ ਸੇਵਕ ਬਣ ਗਿਆ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਸਾਡਾ ਇੱਕ ਸਿੱਖ ਇੱਥੇ ਆਇਆ ਸੁਨੇਹਾ ਲੈ ਕੇ, ਉਹਨੂੰ ਲੱਭ ਕੇ ਲਿਆ। ਇਹ ਜਮਾਦਾਰ ਗਿਆ, ਲੱਭਦਾ ਫਿਰਦਾ ਹੈ। ਉਹ ਸਿੱਖ ਇੱਕ ਜਗ੍ਹਾ 'ਤੇ ਬੈਠਾ ਇਸ ਨੂੰ ਮਿਲ ਗਿਆ। ਇਹ ਉਸ ਸਿੱਖ ਨੂੰ ਨਾਲ ਲੈ ਕੇ ਆਇਆ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ। ਸਤਿਗੁਰੂ ਜੀ ਨੂੰ ਆਣ ਕਰਕੇ ਉਸ ਸਿੱਖ ਨੇ ਨਮਸਕਾਰ ਕੀਤੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਆਪ ਜੀ ਦੇ ਸਪੁੱਤਰ ਸ੍ਰੀ ਗੋਬਿੰਦ ਰਾਏ ਸਾਹਿਬ ਜੀ ਨੇ ਮੈਨੂੰ ਤੁਹਾਡੇ ਕੋਲ ਭੇਜਿਆ। ਸੱਚੇ ਪਾਤਸ਼ਾਹ ਜੀ ਉਹਨਾਂ ਨੇ ਆਪਣਾ ਪ੍ਰਸੰਗ ਔਰ ਮਾਤਾ ਜੀ ਦਾ ਪ੍ਰਸੰਗ ਕਿ ਮਾਤਾ ਜੀ ਬਹੁਤਾ ਚਿੰਤਾ ਕਰਦੇ ਨੇ, ਉਹਨਾਂ ਦੇ ਵਾਸਤੇ ਕੋਈ ਉਪਦੇਸ਼ ਸਿੱਖਿਆ ਆਪ ਜੀ ਭੇਜੋ, ਜਿਹਨੂੰ ਪੜ੍ਹ ਸੁਣ ਕੇ ਮਾਤਾ ਜੀ ਦੇ ਮਨ ਨੂੰ ਹੌਸਲਾ ਆਵੇ। ਸੱਚੇ ਪਾਤਸ਼ਾਹ ਔਰ ਉਹਨਾਂ ਨੇ ਮੈਨੂੰ ਭੇਜਿਆ ਵੀ ਸਤਿਗੁਰੂ ਸਾਹਿਬ ਜੀ ਦੇ ਹੱਥੋਂ ਚਿੱਠੀ ਲਿਖਵਾ ਕੇ ਸਾਡੇ ਕੋਲ ਛੇਤੀ ਨਾਲ ਲੈ ਕੇ ਆਉਣਾ ਕਰ। ਹੁਣ ਆਪ ਜੀ ਕਿਰਪਾ ਕਰੋ ਅਤੇ ਆਪ ਜੀ ਆਪਣਾ ਸੁਨੇਹਾ ਜਿਹੜਾ ਹੈ ਉਹ ਲਿਖ ਦੇਣਾ ਕਰੋ, ਮੈਂ ਛੇਤੀ ਦੇ ਨਾਲ ਜਾਵਾਂ, ਕਿਉਂਕਿ ਗੋਬਿੰਦ ਰਾਏ ਜੀ ਤੁਹਾਡਾ ਹੁਕਮ ਮੰਨ ਕੇ ਲਖਨੌਰ ਤੋਂ ਚੱਲ ਪਏ ਹਨ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ। ਇਸ ਤਰ੍ਹਾਂ ਇਸ ਸਿੱਖ ਨੇ ਬੇਨਤੀ ਕੀਤੀ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਕਾਗਜ਼ ਮੰਗਾਏ, ਕਲਮਦਾਨ ਮੰਗਾਇਆ ਜਮਾਦਾਰ ਨੂੰ ਕਹਿ ਕਰਕੇ, ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਿੱਠੀ ਲਿਖਣਾ ਸ਼ੁਰੂ ਕੀਤੀ। ਪਹਿਲਾਂ ਸਾਰੀਆਂ ਸੰਗਤਾਂ ਤੇ ਗੋਬਿੰਦ ਰਾਏ ਜੀ ਨੂੰ ਉਪਦੇਸ਼ ਲਿਖਿਆ। ਸ਼ਲੋਕ ਮਹੱਲਾ 9ਵਾਂ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕਹੋ ਨਾਨਕ ਹਰ ਭਜ ਮਨਾ, ਜਿਹ ਬਿਦ ਜਲ ਕਉ ਮੀਨ। ਇਸ ਤੋਂ ਆਦਿਕ ਸਤਿਗੁਰੂ ਸਾਹਿਬ ਜੀ ਨੇ ਸ਼ਲੋਕ ਉਚਾਰਨ ਕਰਕੇ ਤੇ ਲਿਖਣਾ ਕੀਤੇ ਉਸ ਵਿੱਚ ਚਿੱਠੀ ਦੇ ਵਿੱਚ। ਇਸੇ ਤਰ੍ਹਾਂ ਹੀ ਫਿਰ ਮਾਤਾ ਜੀ ਨੂੰ ਉਪਦੇਸ਼ ਸਿੱਖਿਆ ਦੇਣ ਵਾਸਤੇ ਕਿ ਰਾਮ ਗਇਓ ਰਾਵਨ ਗਇਓ, ਜਾ ਕੋ ਬਹੁ ਪਰਿਵਾਰ,
ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਚਿੰਤਾ ਤਾਂ ਕੀ ਕੀਜੀਐ, ਜੋ ਅਨਹੋਨੀ ਹੋਏ। ਇਹੋ ਮਾਰਗ ਸੰਸਾਰ ਕੋ, ਨਾਨਕ ਥਿਰ ਨਹੀਂ ਕੋਏ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਨਾਨਕ ਹਰ ਗੁਣ ਗਾਏ, ਲੈ ਛਾੜ ਸਗਲ ਜੰਜਾਲ। ਇਹ ਬਚਨ ਲਿਖੇ ਸਤਿਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਾਤਾ ਜੀ ਨੂੰ ਸਿੱਖਿਆ ਦੇਣ ਵਾਸਤੇ ਕਿ ਇਸ ਸੰਸਾਰ ਦੇ ਵਿੱਚ ਰਾਵਣ ਜੋ ਬਹੁਤ ਵੱਡੇ ਪਰਿਵਾਰ ਵਾਲਾ ਸੀ, ਬਹੁਤੀ ਵੱਡੀ ਤਾਕਤ ਸਮਰੱਥਾ ਦਾ ਮਾਲਕ, ਇਸੇ ਤਰ੍ਹਾਂ ਹੀ ਰਾਮਚੰਦਰ ਜਿਨ੍ਹਾਂ ਨੇ ਰਾਵਣ ਨੂੰ ਵੀ ਮਾਰਨਾ ਕੀਤਾ। ਰਾਵਣ ਐਸਾ ਬਲੀ, ਤਿੰਨਾਂ ਲੋਕਾਂ ਨੂੰ ਉਹਨੇ ਆਪਣੇ ਵਸ ਵਿੱਚ ਕੀਤਾ, ਸਾਰੇ ਦੇਵਤੇ ਉਹਦੇ ਤੋਂ ਡਰਦੇ। ਐਸੇ ਬਲੀ ਰਾਵਣ ਨੂੰ ਵੀ ਮਾਰ ਦਿੱਤਾ ਰਾਮਚੰਦਰ ਜੀ ਨੇ। ਰਾਮਚੰਦਰ ਜੀ ਵੀ ਬੜੇ ਬਲੀ। ਐਸੇ ਬਲੀ ਪੁਰਸ਼ ਜਿਹੜੇ ਜੀ ਉਹ ਵੀ ਸੰਸਾਰ ਤੋਂ ਚਲੇ ਗਏ। ਅਤੇ ਚਿੰਤਾ ਉਹਦੀ ਕਰਨੀ ਚਾਹੀਦੀ ਜਿਹੜੀ ਅਣਹੋਈ ਹੋਈ ਹੋਵੇ, ਜਿਹੜੀ ਹੋਣਹਾਰ ਆ ਉਹਦੀ ਚਿੰਤਾ ਕਾਹਦੀ। ਇਹ ਤਾਂ ਸਾਰਿਆਂ ਨਾਲ ਹੀ ਹੋਣਾ, ਸਾਰਿਆਂ ਨੇ ਸੰਸਾਰ ਤੋਂ ਜਾਣਾ, ਕਿਸੇ ਨੇ ਇੱਥੇ ਸਦਾ ਵਾਸਤੇ ਬੈਠੇ ਨਹੀਂ ਰਹਿਣਾ। ਜਿਸ ਤਰ੍ਹਾਂ ਸੁਪਨਾ ਹੁੰਦਾ, ਇਸੇ ਤਰ੍ਹਾਂ ਸੰਸਾਰ ਨੂੰ ਜਾਣਨਾ ਕਰੋ। ਜਿਸ ਤਰ੍ਹਾਂ ਮਨੁੱਖ ਸੁਪਨਾ ਵੇਖਦਾ ਹੈ ਅਤੇ ਸੁਪਨੇ ਕਈ ਵਾਰ ਚੰਗੇ ਵੀ ਆਉਂਦੇ, ਕਈ ਵਾਰ ਮਾੜੇ ਵੀ ਆਉਂਦੇ। ਚੰਗਾ ਸੁਪਨਾ ਵੇਖ ਕੇ ਬੰਦਾ ਖੁਸ਼ ਹੋ ਜਾਂਦਾ ਹੈ, ਮਾੜਾ ਵੇਖ ਕੇ ਦੁਖੀ ਹੋ ਜਾਂਦਾ ਹੈ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਜੀਵ ਜਿਹੜਾ ਹੈ ਉਹ ਸੁਪਨੇ ਦੇ ਵਿੱਚ ਰਚਿਆ ਹੁੰਦਾ ਹੈ, ਐਨ ਤਦਾਕਾਰ ਹੋਇਆ ਹੁੰਦਾ। ਸੁਪਨਾ ਵੇਖਦੇ ਮਨੁੱਖ ਨੂੰ ਸੁਪਨਾ ਲੱਗਦਾ ਹੀ ਨਹੀਂ, ਉਹਨੂੰ ਸੁਪਨਾ ਸੱਚਾ ਹੀ ਲੱਗਦਾ ਹੈ। ਇਸ ਤਰ੍ਹਾਂ ਸਤਿਗੁਰੂ ਜੀ ਇਹ ਬਚਨ ਕਰਦੇ ਨੇ। ਇੱਥੋਂ ਤੱਕ ਕਿ ਕੱਲ੍ਹ ਦੀ ਕਥਾ 'ਚ ਪ੍ਰਸੰਗ ਆਇਆ। ਇਸ ਤੋਂ ਅੱਗੇ ਜਿਵੇਂ ਅੱਜ ਦੀ ਕਥਾ ਵਿੱਚ ਸਤਿਗੁਰੂ ਸਾਹਿਬ ਜੀ ਕੌਤਕ ਵਰਤਾਉਂਦੇ ਔਰ ਕਵੀ ਜੀ ਬਿਆਨ ਕਰਦੇ ਨੇ। ਸਾਰੀਆਂ ਸੰਗਤਾਂ ਬੜੇ ਪਿਆਰ ਨਾਲ ਸਰਵਣ ਕਰਨਾ ਹੈ। ਸਰਬੱਤ ਸੰਗਤਾਂ ਗੱਜ ਕੇ ਆਖੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਬ ਜਾਗਰਤ ਸੋ ਅਵਸਥਾ ਹੋਏ। ਸਤਿਗੁਰੂ ਸਾਹਿਬ ਜੀ ਕਹਿੰਦੇ ਜਿਸ ਤਰ੍ਹਾਂ ਜੀਵ ਸੁਪਨਾ ਵੇਖਦਾ ਹੈ ਅਤੇ ਸੁਪਨੇ ਦੇ ਵਿੱਚ ਸੁੱਖ ਅਤੇ ਦੁੱਖ ਨੂੰ ਮਹਿਸੂਸ ਕਰਦਾ, ਅਤੇ ਸੁਪਨਾ ਵੇਖਦਾ ਹੋਇਆ ਸੁਪਨੇ ਦੇ ਵਿੱਚ ਐਨ ਰਚਿਆ ਹੁੰਦਾ, ਤਦਾਕਾਰ ਹੋਇਆ ਹੁੰਦਾ। ਸੁਪਨੇ ਦੇ ਸੁੱਖ ਅਤੇ ਦੁੱਖ ਨੂੰ ਆਪਣੇ ਉੱਪਰ ਮਹਿਸੂਸ ਕਰਦਾ, ਦੁਖੀ ਵੀ ਹੁੰਦਾ, ਸੁਖੀ ਵੀ ਹੁੰਦਾ, ਚੰਗਾ ਸੁਪਨਾ ਹੋਵੇ ਅਤੇ ਜਦੋਂ ਜਾਗਰਤ ਅਵਸਥਾ ਦੇ ਵਿੱਚ ਆ ਜਾਂਦਾ, ਭਾਵ ਜਾਗ ਪੈਂਦਾ, ਸੁਚੇਤ ਹੋ ਜਾਂਦਾ ਹੈ। ਰਚਿਓ ਸਮਾਜ ਬਿਨਸੇਗਾ ਸੋਏ। ਜੋ ਇਹਦਾ ਸੁਪਨੇ ਦੇ ਵਿੱਚ ਇਹਨੇ ਜੋ ਸਮਾਜ ਰਚਿਆ ਸੀ ਨਾ, ਜੋ ਸੁਪਨੇ ਦੇ ਵਿੱਚ ਬਣਿਆ ਸੀ, ਉਹ ਸਾਰਾ ਬਿਨਸ ਗਿਆ। ਝੂਠੋ ਜਾਣੇ ਨਹੀਂ ਪਛਤਾਵੇ। ਅਤੇ ਜਦੋਂ ਜਾਗ ਪੈਂਦਾ, ਉੱਠ ਪੈਂਦਾ ਨਾ, ਉਦੋਂ ਜਾਣਦਾ ਵੀ ਇਹ ਤਾਂ ਸੁਪਨਾ ਹੀ ਸੀ। ਅਤੇ ਸੁਪਨੇ ਦੇ ਵਿੱਚ ਰਾਜਾ ਬਣਿਆ ਹੋਵੇ ਅਤੇ ਜਾਂ ਸੁਪਨੇ ਦੇ ਵਿੱਚ ਕੰਗਾਲ ਬਣ ਕੇ ਦੁਖੀ ਹੋਇਆ ਹੋਵੇ, ਫਿਰ ਇਹਨੂੰ ਝੂਠਾ ਜਾਣਦਾ ਅਤੇ ਪਛਚਾਤਾਪ ਨਹੀਂ ਕਰਦਾ, ਫਿਰ ਪਛਤਾਉਂਦਾ ਨਹੀਂ ਹੈ। ਤਿਮ ਰਚਨਾ ਜਗ ਕੀ ਦ੍ਰਿਸ਼ਟਾਵੈ। ਇਸੇ ਤਰ੍ਹਾਂ ਇਹ ਜੋ ਸੰਸਾਰ ਦੀ ਰਚਨਾ ਹੈ ਇਹ ਵੇਖਣ ਵਿੱਚ ਆਉਂਦੀ ਹੈ। ਇਸ ਹਿਤ ਮਮਤਾ ਧਾਰਿ ਜੀਵਤ। ਤੇ ਜਿਹੜੇ ਜੀਵ ਇਸ ਦੇ ਵਿੱਚ ਮਮਤਾ ਧਾਰਨ ਕਰਕੇ ਜਿਉਂਦੇ ਹਨ, ਜਦ ਤੱਕ ਜਿਉਂਦਾ ਹੈ ਤੇ ਮਮਤਾ ਕਰਦਾ ਹੈ। ਕਛੂ ਨ ਰਹੇ ਬਨਾਸੀ ਥੀਵਤ। ਹਾਂ, ਸਤਿਗੁਰੂ ਸਾਹਿਬ ਜੀ ਕਹਿੰਦੇ ਕੁਝ ਨਹੀਂ ਰਹਿਣ ਵਾਲਾ, ਸਭ ਕੁਝ ਨਾਸ ਹੋ ਜਾਣ ਵਾਲਾ ਹੈ। ਹੋਏ ਜਾਏ ਅਨਹੋਨੀ ਜੋਏ। ਜਿਹੜੀ ਗੱਲ ਅਣਹੋਈ ਹੋਵੇ ਵੀ ਇਹ ਹੋਈ ਨਹੀਂ ਕਿਸੇ ਦੇ ਨਾਲ, ਇਹਦੇ ਨਾਲ ਹੋਈ ਹੈ। ਉਚਿਤ ਕਰਨ ਕੇ ਚਿੰਤਾ ਸੋਏ। ਜੇ ਤੇ ਅਣਹੋਈ ਹੋਈ ਹੋਵੇ ਫਿਰ ਤੇ ਚਿੰਤਾ ਕਰਨੀ ਯੋਗ ਆ ਵੀ ਇਹ ਹੋਰ ਨਹੀਂ ਕਿਸੇ ਨਾਲ ਹੋਈ, ਇਹਦੇ ਨਾਲ ਹੋ ਗਈ, ਕਿਉਂ ਹੋਈ,
ਫਿਰ ਤੇ ਚਿੰਤਾ ਕਰੋ। ਜੋ ਸਭ ਸੰਗ ਏਕ ਸਮ ਹੋਏ, ਤੇ ਜਿਹੜੀ ਸਾਰਿਆਂ ਦੇ ਨਾਲ ਇੱਕ ਸਮਾਨ ਹੀ ਹੋਣੀ ਹੈ, ਭਾਵ ਮੌਤ ਤੇ ਸਾਰਿਆਂ ਨੂੰ ਹੀ ਆਉਣੀ ਹੈ ਨਾ, ਹਰ ਇੱਕ ਨੂੰ ਆਉਣੀ ਹੈ, ਕਿਸੇ ਨੂੰ ਇਹਨੇ ਛੱਡਣਾ ਨਹੀਂ, ਸਾਰਿਆਂ ਨੂੰ ਇਹਨੇ ਆਪਣੇ ਕਲਾਵੇ ਵਿੱਚ ਲੈ ਲੈਣਾ। ਤੇ ਸਤਿਗੁਰੂ ਜੀ ਕਹਿੰਦੇ ਜੋ ਸਾਰਿਆਂ ਦੇ ਨਾਲ ਇੱਕ ਸਮਾਨ ਹੋਣੀ ਹੈ, ਬੀਤਣੀ ਹੈ, ਤਿਹ ਤੇ ਚਿੰਤਾ ਕਰੈ ਨ ਕੋਇ, ਇਹਦੀ ਕਿਸੇ ਤਰ੍ਹਾਂ ਵੀ ਕੋਈ ਚਿੰਤਾ ਨਹੀਂ ਕਿਸੇ ਨੂੰ ਕਰਨੀ ਚਾਹੀਦੀ। ਜੋ ਉਪਜੈ ਸੋ ਬਿਨ ਸੰਹਾਰ, ਇਸ ਕਰਕੇ ਜੋ ਵੀ ਉਪਜਿਆ, ਜੋ ਵੀ ਪੈਦਾ ਹੋਇਆ, ਜੋ ਵੀ ਬਣਿਆ ਉਹ ਨਾਸਵੰਤ ਹੈ। ਪਰਸੋਂ ਆਜ ਕੇ ਕਾਲ ਵਿਚਾਰ, ਕੋਈ ਪਰਸੋਂ ਨੂੰ ਚੜ੍ਹਾਈ ਕਰ ਗਿਆ, ਕੋਈ ਅੱਜ ਕਰ ਗਿਆ, ਕੋਈ ਕੱਲ ਨੂੰ ਕਰ ਗਿਆ। ਜਾਂ ਤੇ ਹਰ ਗੁਣ ਗਾਏ ਬਸਾਲ, ਇਸ ਕਰਕੇ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਬਹੁਤਾ ਗਾਉਣਾ ਕਰ। ਤਿਆਗੋ ਸਗਰੇ ਜਗ ਜੰਜਾਲ, ਤੇ ਇਹ ਜਿੰਨੇ ਸੰਸਾਰ ਦੇ ਜੰਜਾਲ ਨੇ ਇਹਨਾਂ ਨੂੰ ਤਿਆਗਣਾ ਕਰ ਸਾਰਿਆਂ ਨੂੰ। ਹਮ ਦਿਸ਼ ਕੀ ਨੈ ਚਿੰਤਾ ਠਾਨੋ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਡੇ ਪਾਸੇ ਦੀ ਕੋਈ ਚਿੰਤਾ ਨਾ ਕਰਿਓ। ਤਨ ਕੋਈ ਅੰਤ ਸਮਾਂ ਅਬ ਜਾਨੋ, ਤੁਸੀਂ ਜਾਣਨਾ ਕਰੋ ਵੀ ਹੁਣ ਸਾਡੇ ਸਰੀਰ ਦਾ ਅੰਤਮ ਸਮਾਂ ਨਜ਼ਦੀਕ ਹੈ। ਉਤੇ ਨਿਕਟ ਤੁਮ ਤਿਮਹੀ ਬਣਤ, ਮਾਤਾ ਜੀ ਜੇ ਤੁਹਾਡੇ ਲਾਗੇ ਵੀ ਹੁੰਦੇ ਨਾ ਤੇ ਤਾਂ ਵੀ ਤੇ ਸਰੀਰ ਤੇ ਛੱਡਣਾ ਹੀ ਸੀ। ਜਥਾ ਦੂਰ ਬੈਠੇ ਹਮ ਭਨਤ, ਜਿਸ ਤਰ੍ਹਾਂ ਅਸੀਂ ਦੂਰ ਬੈਠੇ ਹੋਏ ਕਹਿੰਦੇ ਹਾਂ ਵੀ ਸਾਡਾ ਅੰਤਮ ਸਮਾਂ ਨਜ਼ਦੀਕ ਆ ਗਿਆ, ਜੇ ਲਾਗੇ ਹੁੰਦੇ ਤਾਂ ਵੀ ਸਰੀਰ ਤੇ ਤਿਆਗਣਾ ਹੀ ਪੈਣਾ ਸੀ। ਜਾਂ ਤੇ ਸ਼ੋਕ ਚਿੰਤ ਕੋ ਤਿਆਗੋ, ਇਸ ਕਰਕੇ ਸ਼ੋਕ ਚਿੰਤਾ ਦਾ ਤਿਆਗ ਕਰਕੇ ਸਤਿਨਾਮ ਕੇ ਸਿਮਰਨ ਲਾਗੋ, ਸਤਨਾਮ ਸ੍ਰੀ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਲੱਗਣਾ ਕਰੋ। ਦੋਨੋਂ ਪ੍ਰਤ ਸ਼ਲੋਕ ਲਿਖਤੀਨ, ਇਸ ਤਰ੍ਹਾਂ ਦੋਵਾਂ ਮਾਤਾਵਾਂ ਦੇ ਪਰਥਾਏ ਕਲਗੀਧਰ ਸਾਹਿਬ ਜੀ ਦੇ ਮਾਤਾ ਗੁਜਰੀ ਜੀ ਔਰ ਕਲਗੀਧਰ ਸਾਹਿਬ ਜੀ ਦੇ ਦਾਦੀ ਮਾਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਨਾਨਕੀ ਜੀ ਦੇ ਪਰਥਾਏ ਬਚਨ ਉਚਾਰਨਾ ਕੀਤੇ। ਕਰੋ ਨ ਦੁਖ ਸਿੱਖਿਆ ਅਸਦੀਨ, ਇਹ ਸਿੱਖਿਆ ਦੇਣਾ ਕੀਤੀ ਇਹਨਾਂ ਤਿੰਨਾਂ ਸ਼ਲੋਕਾਂ ਵਿੱਚ ਵੀ ਕਿਸੇ ਤਰ੍ਹਾਂ ਦਾ ਕੋਈ ਦੁੱਖ ਨਾ ਕਰਨਾ ਕਰੋ, ਕੋਈ ਚਿੰਤਾ ਨਾ ਕਰੋ ਆਪਣੇ ਮਨ ਦੀ। ਇਹ ਜਿਹੜੇ ਪਿੱਛੇ ਸ਼ਲੋਕ ਲਿਖਾਏ ਨੇ ਕਿ ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰਨ ਕਛ ਨਹੀਂ ਸੁਪਨੇ ਜਿਉ ਸੰਸਾਰ। ਦੂਜਾ ਸ਼ਲੋਕ ਸੀ ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਤੇ ਤੀਜਾ ਇਹ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ। ਕਵੀ ਜੀ ਕਹਿੰਦੇ ਇਹ ਤਿੰਨ ਸ਼ਲੋਕ ਮਾਤਾਵਾਂ ਦੇ ਪਰਥਾਏ ਉਹਨਾਂ ਨੂੰ ਸਿੱਖਿਆ ਦੇਣ ਵਾਸਤੇ ਵੀ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਾ ਕਰੋ ਤੁਸੀਂ। ਉਹਨੇ ਆਪਣੇ ਸੁਤ ਕੋ ਪਤ ਆਮਨ, ਉਹਨਾਂ ਫਿਰ ਆਪਣੇ ਸੁਪੁੱਤਰ ਗੋਬਿੰਦ ਰਾਏ ਜੀ ਨੂੰ ਪਰਖਣ ਦੇ ਵਾਸਤੇ ਇਤ ਪਰਖਣ ਕੇ ਕਿਮ ਧਰ ਭਾਵਨ, ਆਪਣੇ ਪੁੱਤਰ ਨੂੰ ਪਰਖਣ ਦੇ ਵਾਸਤੇ ਵੀ ਕਿਹੋ ਜੀ ਭਾਵਨਾ ਮਨ ਵਿੱਚ ਰੱਖਦੇ ਹਨ। ਲਖੇ ਸ਼ਕਤ ਮੈਂ ਹਮਕੋ ਕੈਸੇ, ਸਾਨੂੰ ਸ਼ਕਤੀ ਦੇ ਵਿੱਚ ਕਿਸ ਤਰ੍ਹਾਂ ਜਾਣਦੇ ਗੋਬਿੰਦ ਰਾਏ ਜੀ। ਲਖਿਓ ਜਾਏ ਅਸ ਆਸ਼ੇ ਜੈਸੇ, ਜਿਸ ਤਰ੍ਹਾਂ ਇਹਨਾਂ ਦੇ ਮਨ ਦਾ ਆਸ਼ਾ ਜਿਹੜਾ ਜਾਣਿਆ ਜਾਵੇ। ਤਿਸ ਬਿਦ ਦੋਹਾ ਲਿਖਿਓ ਬਣਾਏ, ਇਸ ਤਰ੍ਹਾਂ ਦਾ ਦੋਹਾ ਲਿਖ ਕੇ ਬਣਾ ਕੇ ਲਿਖਣਾ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਜਿਸ ਤਰ੍ਹਾਂ ਕਲਗੀਧਰ ਸਾਹਿਬ ਜੀ ਦੇ ਮਨ ਦਾ ਆਸ਼ਾ ਜੋ ਹੈ ਉਹਦਾ ਵੀ ਪਤਾ ਲੱਗ ਜਾਵੇ ਵੀ ਉਹਨਾਂ ਦੇ ਮਨ ਦੀ ਕੈਸੀ ਇੱਛਾ ਹੈ। ਸ੍ਰੀ ਗੁਰੂ ਤੇਗ ਬਹਾਦਰ ਰਾਏ, ਰਾਜਾ ਸਰੂਪ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਲਗੀਧਰ ਸਾਹਿਬ ਜੀ ਦੇ ਪਰਥਾਏ ਵੀ ਬਚਨ ਲਿਖਿਆ। ਬਲ ਛੁੱਟ ਗਿਆ ਬੰਧਨ ਪਰੇ, ਕਛੂ ਨ ਹੋਤਿ ਉਪਾਏ। ਇਹ ਆਤਮਿਕ ਬਲ ਜਿਹੜਾ ਛੁਟਕ ਗਿਆ ਤੇ ਬਹੁਤੇ ਬੰਧਨ ਪੈ ਗਏ, ਹੁਣ ਕਿਸੇ ਤਰ੍ਹਾਂ ਦਾ ਵੀ ਛੁੱਟਣ ਦਾ ਉਪਾਅ ਨਹੀਂ ਹੋ ਰਿਹਾ, ਯਤਨ ਨਹੀਂ ਹੋ ਰਿਹਾ। ਕਹੋ ਨਾਨਕ ਅਭਿਓਟ ਹਰ, ਗਜ ਜਿਉ ਹੋ ਸਹਾਏ। ਸਤਿਗੁਰੂ ਜੀ ਕਹਿੰਦੇ ਹੁਣ ਤੇ ਹਰੀ ਪਰਮੇਸ਼ਰ ਦੇ ਗਾੜੀ ਉਹਦੇ ਗਾੜੀ ਅਰਦਾਸਾਂ ਕਰਦੇ ਵੀ ਹੁਣ ਤੇਰੀ ਓਟ ਆਸਰਾਈ। ਜਿਵੇਂ ਹਾਥੀ ਗਜ, ਹਾਥੀ ਦਾ ਤੁਸੀਂ ਉਧਾਰ ਕਰਨਾ ਕੀਤਾ, ਤੇਂਦੂਏ ਤੋਂ ਬਚਾਇਆ, ਇਸੇ ਤਰ੍ਹਾਂ
ਮੇਰੇ ਤੇ ਵੀ ਕਿਰਪਾ ਕਰਨਾ ਕਰੋ, ਮੇਰੇ ਵੀ ਇਹ ਬੰਧਨ ਕੱਟਣਾ ਕਰੋ। ਚੌਪਈ ਪੂਰਬ ਜਨਮ ਕੇਰ ਬਿਰਤੰਤ, ਤੇ ਜੋ ਇਹਨਾਂ ਦੇ ਪੂਰਬਲੇ ਜਨਮ ਦਾ ਬਿਰਤਾਂਤ ਸੀ, ਦੁਸ਼ਟ ਦਮਨ ਜਿਸ ਵੇਲੇ ਅਵਤਾਰ ਧਾਰਨ ਕੀਤਾ, ਕਰ ਸਿਮਰਨ ਕੋ ਸਰੀ ਭਗਵੰਤ, ਔਰ ਹਰੀ ਪਰਮੇਸ਼ਰ ਭਗਵਾਨ ਜੀ ਦਾ ਜੋ ਸਿਮਰਨ ਕੀਤਾ, ਲਿਖਿਓ ਪਤਾ ਜਿਮ ਕਰੀ ਸਹਾਏ, ਹਾਂ ਉਹ ਪਤਾ ਲਿਖਣਾ ਕੀਤਾ ਜਿਵੇਂ ਸਹਾਇਤਾ ਕੀਤੀ। ਰਨ ਕਰ ਰਾਖਸ਼ ਦਇ ਖੁਪਾਏ, ਜਿਸ ਤਰ੍ਹਾਂ ਜੰਗ ਕਰਕੇ ਰਾਖਸ਼ਾਂ ਦਾ ਨਾਸ਼ ਕਰਨਾ ਕੀਤਾ, ਆਬੇ ਦੁਸ਼ਟ ਉਠਾਏ ਖੁਟਾਈ, ਔਰ ਹੁਣ ਇਹ ਦੁਸ਼ਟ ਜਿਹੜੇ ਬਹੁਤੀਆਂ ਖੁਟਿਆਈਆਂ ਉਠਾਉਂਦੇ ਹਨ, ਬੰਧਨ ਦਇ ਅੰਗ ਮੈਂ ਪਾਈ, ਇਹਨਾਂ ਨੇ ਸਾਡੇ ਸਰੀਰ ਦੇ ਅੰਗਾਂ ਨੂੰ ਬੰਧਨ ਵਿੱਚ ਪਾ ਦੇਣਾ ਕੀਤਾ, ਕੈਦ ਕਰਨਾ ਕੀਤਾ ਹੈ। ਗਈ ਓਟ ਪਰਮੇਸ਼ਰ ਕੇਰੀ, ਹੁਣ ਤੇ ਇੱਕ ਅਕਾਲ ਪੁਰਖ ਪਰਮੇਸ਼ਰ ਦੀ ਹੀ ਓਟ ਆਸਰਾ ਅਸੀਂ ਗ੍ਰਹਿਣ ਕੀਤਾ। ਜਿਮ ਗਜ ਕੀ ਛੇਦੀ ਪਗ ਬੇਰੀ, ਜਿਸ ਤਰ੍ਹਾਂ ਹਾਥੀ ਗਜ ਹਾਥੀ ਦੇ ਬੇੜੀਆਂ ਜਿਹੜੀਆਂ ਸੀ ਉਹਨੂੰ ਕੱਟ ਦੇਣਾ ਕੀਤੀਆਂ, ਸੋ ਅਬ ਸਮਾ ਆਏ ਕਰ ਹੋਵਾ, ਇਸੇ ਤਰ੍ਹਾਂ ਹੀ ਉਹ ਸਮਾਂ ਹੁਣ ਆਣ ਕੇ ਪਹੁੰਚ ਗਿਆ ਹੈ। ਨਾਹਿਨ ਸਹਾਇਕ ਤੁਮ ਬਿਨ ਜੁਆ, ਤੇ ਇਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਤੁਹਾਡੇ ਤੋਂ ਬਿਨਾ ਹੁਣ ਸਹਾਇਤਾ ਕਰਨ ਵਾਲਾ ਹੋਰ ਨਹੀਂ ਕੋਈ ਦਿਸਦਾ। ਇੱਕ ਦੋਹਾ ਲਿਖ ਕਰਨ ਨਿਜ ਹਾਥ, ਇਸ ਤਰ੍ਹਾਂ ਇੱਕ ਦੋਹਰਾ ਆਪਣੇ ਹੱਥ ਦੇ ਨਾਲ ਲਿਖ ਕਰਕੇ, ਬੌਰ ਬਨਾਏ ਅਪਰ ਕੋ ਨਾਥ, ਬਾਹਰੋਂ ਸਤਿਗੁਰੂ ਜੀ ਨੇ ਹੋਰ ਬਚਨ ਜਿਹੜੇ ਉਚਾਰਨਾ ਕੀਤੇ, ਰਾਮ ਨਾਮ ਉਰ ਮੈਂ ਗਹਿਓ, ਜਾਂ ਕੈ ਸਮ ਨਹੀਂ ਕੋਏ, ਰਮੇ ਹੋਏ RAM ਦੇ ਨਾਮ ਨੂੰ ਅਸੀਂ ਹਿਰਦੇ ਦੇ ਵਿੱਚ ਧਾਰਨ ਕੀਤਾ, ਜਿਸ RAM ਦੇ ਨਾਮ ਦੇ ਬਰਾਬਰ ਹੋਰ ਕੋਈ ਚੀਜ਼ ਨਹੀਂ ਸੰਸਾਰ ਦੀ। ਜਿਹ ਸਿਮਰਤ ਸੰਕਟ ਮਿਟੈ, ਦਰਸ ਤੁਹਾਰੋ ਹੋਏ, ਤੇ ਜਿਸ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਦੇ ਨਾਲ ਸਾਰੇ ਸੰਕਟ ਦੂਰ ਹੋ ਜਾਂਦੇ ਨੇ। ਹੇ ਵਾਹਿਗੁਰੂ, ਤੁਹਾਡੇ ਦਰਸ਼ਨ ਹੁੰਦੇ ਹਨ। ਐਸੇ RAM ਨਾਮ ਦਾ ਹੀ ਅਸੀਂ ਓਟ ਆਸਰਾ ਗ੍ਰਹਿਣ ਕਰਨਾ ਕੀਤਾ ਹੈ। ਸੰਗ ਸਖ ਸਭ ਤਜ ਗਏ, ਕੋ ਨ ਨਿਭਿਓ ਸਾਥ, ਸਾਰੇ ਸੰਗੀ ਸਾਥੀ ਜਿਹੜੇ ਸਾਨੂੰ ਸਾਥ ਛੱਡ ਕੇ ਕੋਈ ਨਾਲ ਨਹੀਂ ਨਿਭਿਆ। ਕਹੋ ਨਾਨਕ ਇਹ ਬਿਪਤ ਮੈਂ, ਟੇਕ ਏਕ ਰਘੁਨਾਥ, ਐਸੀ ਹੁਣ ਬਿਪਤਾ ਪਈ ਹੈ ਤੇ ਇਸ ਬਿਪਤਾ ਦੇ ਵਿੱਚ ਇੱਕ ਰਘੁਨਾਥ ਪਰਮੇਸ਼ਰ ਦੀ ਹੀ ਟੇਕ ਓਟ ਆਸਰਾ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ, ਇਸ ਸੰਸਾਰ ਦੇ ਵਿੱਚ ਪਰਮੇਸ਼ਰ ਦਾ ਨਾਮ ਸਦਾ ਰਹਿਣ ਵਾਲਾ, ਸਾਧੂ ਰਹਿਣ ਵਾਲਾ ਤੇ ਗੁਰੂ ਪਰਮੇਸ਼ਰ ਰਹਿਣ ਵਾਲਾ ਹੈ। ਕਹੋ ਨਾਨਕ ਇਹ ਜਗਤ ਮੈਂ, ਕਿਨ ਜਪਿਓ ਗੁਰਮੰਤ, ਤੇ ਸਤਿਗੁਰੂ ਜੀ ਕਹਿੰਦੇ, ਭਾਈ ਇਹ ਸੰਸਾਰ ਦੇ ਵਿੱਚ ਕਿੰਨੇ ਆਣ ਕੇ ਗੁਰਮੰਤਰ ਦਾ ਜਾਪ ਕਰਨਾ ਕੀਤਾ ਹੈ। ਚੌਪਈ ਇਮ ਸਲੋਕ ਸਤਿਗੁਰ ਸਭ ਲਿਖੇ, ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਨੇ ਸਾਰੇ ਸ਼ਲੋਕ ਜਿਹੜੇ ਲਿਖਣਾ ਕੀਤੇ ਹਨ। ਅਦਕ ਵਿਰਾਗ ਕਹਿਓ ਜਿਨ ਵਿਖੇ, ਜਿਨ੍ਹਾਂ ਦੇ ਵਿੱਚ ਬਹੁਤਾ ਵੈਰਾਗ ਜਿਹੜਾ ਉਸ ਦਾ ਕਥਨ ਕੀਤਾ ਹੋਇਆ ਹੈ। ਅਨਕ ਰੀਤ ਕੋ ਆਸ਼ਿਆਰ, ਅਨੇਕ ਤਰ੍ਹਾਂ ਦੀਆਂ ਰੀਤੀਆਂ ਮਰਜ਼ਾਦਾ ਦੇ ਸਹਿਤ ਹੋਰ ਬਹੁਤ ਸਾਰੇ ਸ਼ਲੋਕ ਜਿਹੜੇ ਉਹ ਲਿਖ ਕੇ ਭੇਜੇ ਨੇ। ਕਰ ਸੂਚਕ ਸੋਢੀ ਸਿਰ ਮੌਰ, ਸੋਢੀਆਂ ਦੀ ਸ਼੍ਰੋਮਣੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਹਨ, ਉਹਨਾਂ ਨੇ ਇਹ ਸੂਚਕ ਕਰਕੇ ਪੁੰਨਿ ਇਕੱਠੋ ਕਰਕੇ ਨਿਜ ਹਾਥ, ਇਸ ਤਰ੍ਹਾਂ ਨਾ ਫਿਰ ਆਪਣੇ ਹੱਥ ਦੇ ਨਾਲ ਸਾਰਾ ਕਾਗਜ਼ ਇਕੱਠਾ ਕਰਕੇ ਦੇਤ ਪਏ ਬੋਲੇ ਸਿੱਖ ਸਾਥ, ਉਸ ਸਿੱਖ ਦੇ ਹੱਥੋਂ ਕਾਗਜ਼ ਫੜਾ ਦਿੱਤਾ ਸ੍ਰੀ ਤੇਗ ਬਹਾਦਰ ਸਾਹਿਬ ਜੀ ਨੇ, ਔਰ ਕਹਿਣ ਲੱਗੇ ਉਸ ਸਿੱਖ ਨੂੰ, ਤੂਰਨ ਚੱਲੇ ਜਾਹੋ ਮਗ ਮਾਹੂ, ਸਤਿਗੁਰੂ ਜੀ ਕਹਿੰਦੇ, ਗੁਰਸਿੱਖਾ ਛੇਤੀ ਦੇ ਨਾਲ ਤੁਰਿਆ ਚੱਲ, ਰਸਤੇ ਦੇ ਵਿੱਚ ਬਹੁਤਾ ਸਮਾਂ ਰੁਕਣਾ ਨਹੀਂ, ਵਿਸ਼ਰਾਮ ਨਹੀਂ ਕਰਨਾ। ਪਹੁੰਚਿਓ ਸ੍ਰੀ ਗੋਬਿੰਦ ਕੇ ਬਾਹੂ, ਛੇਤੀ ਦੇ ਨਾਲ ਸ੍ਰੀ ਗੋਬਿੰਦ ਰਾਏ ਜੀ ਦੇ ਕੋਲ ਪਹੁੰਚਣਾ ਕਰ। ਉਹਨੇ ਉੱਤਰ ਕਹਿ ਕੇ ਲਿਖਵਾਓ, ਉਹਨਾਂ ਫਿਰ ਇਹ ਸ਼ਲੋਕ ਇਹ ਸ਼ਬਦੋ ਪੜ੍ਹ ਕੇ ਜੋ ਉੱਤਰ ਦੇਣਗੇ ਉਹਨਾਂ ਤੋਂ ਲਿਖਵਾ ਕੇ
ਕੇ ਲਿਆਉਣਾ ਕਰ। ਕੀ ਉੱਤਰ ਦਿੰਦੇ ਹਨ? ਨਿਕਟ ਹਮਾਰੇ ਸਿੱਖ ਅਕਿਆਓ। ਇਸ ਤਰ੍ਹਾਂ ਸਾਡੇ ਕੋਲ ਆਉਣਾ ਕਰੋ ਇੱਕ ਸਿੱਖ, ਉਹਨਾਂ ਦੇ ਕੋਲੋਂ ਉੱਤਰ ਲਿਖਵਾ ਕਰਕੇ। ਤਨ ਤਜਬੇ ਕੇ ਦਿਨ ਅਬ ਥੋਰੇ। ਸਾਡੇ ਨਾ ਹੁਣ ਸਰੀਰ ਤੇ ਆਗਣ ਦੇ ਦਿਨ ਥੋੜੇ ਹਨ। ਬਿਨ ਬਲੰਬ ਆਵ ਹੋਏ ਤਿਉਰੇ। ਇਸ ਕਰਕੇ ਇਹ ਸਿੱਖਾ ਛੇਤੀ ਦੇ ਨਾਲ ਜਾਣਾ ਕਰ, ਬਹੁਤੀ ਦੇਰੀ ਨਾ ਲਾਈ ਤੇ ਛੇਤੀ ਵਾਪਸ ਆ ਜਾਈ ਇੱਧਰ। ਇਮਨ ਸਭ ਕੋ ਬਾਤ ਬਤਾਵਹੁ। ਇਹ ਗੱਲ ਸਾਰਿਆਂ ਨੂੰ ਨਹੀਂ ਦੱਸਣਾ ਕਰਨੀ। ਬਿਨ ਬਿਸਰਾਮ ਜਾਏ ਪੁਨ ਆਵਹੁ। ਤੇ ਬਿਨਾਂ ਵਿਸ਼ਰਾਮ ਤੋਂ ਤੂੰ ਜਾਣਾ, ਕਿਸੇ ਤਰ੍ਹਾਂ ਦਾ ਟਿਕਾਣਾ ਕੋਈ ਨਹੀਂ ਕਰਨਾ, ਬਿਨਾਂ ਵਿਸ਼ਰਾਮ ਤੋਂ ਜਾਣਾ ਦੌੜ ਕੇ। ਸ਼ਰਮਤ ਪੰਥ ਮੈਂ ਤੂੰ ਨਹਿ ਹੋਏ। ਔਰ ਤੈਨੂੰ ਰਸਤੇ ਦੇ ਵਿੱਚ ਰਸਤੇ ਤੇ ਚੱਲਣ ਦਾ ਥਕੇਵਾਂ ਵੀ ਕਿਸੇ ਤਰ੍ਹਾਂ ਨਹੀਂ ਹੋਵੇਗਾ। ਨਿਹ ਦਿਨ ਗਮਨੋ ਬਿਗਨ ਨ ਕੋਏ। ਰਾਤ ਦਿਨ ਤੁਰਿਆ ਜਾ, ਕਿਸੇ ਤਰ੍ਹਾਂ ਦਾ ਕੋਈ ਵਿਘਨ ਵੀ ਤੈਨੂੰ ਨਹੀਂ ਪਵੇਗਾ ਰਸਤੇ ਵਿੱਚ। ਹਮ ਦਿਸ਼ ਤੇ ਸਭ ਕੋ ਤ੍ਰਿਤ ਦੈ ਹਾਂ। ਔਰ ਸਾਡੇ ਵੱਲੋਂ ਨਾ ਜਾ ਕਰਕੇ ਸ੍ਰੀ ਅਨੰਦਪੁਰ ਸਾਹਿਬ ਸਾਰਿਆਂ ਨੂੰ ਹੌਸਲਾ ਦੇਣਾ ਕਰੀ। ਸ਼ੋਕ ਚਿੰਤ ਤਜ ਪ੍ਰਭ ਸਿਮਰੈ ਹਾਂ। ਉਹਨਾਂ ਨੂੰ ਕਹਿਣਾ ਕਰੀ ਵੀ ਸਾਰੀ ਸ਼ੋਕ, ਸਾਰਾ ਸ਼ੋਕ, ਸਾਰੀਆਂ ਚਿੰਤਾਵਾਂ ਨੂੰ ਛੱਡ ਕੇ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ। ਸੋ ਪ੍ਰਸੰਨ ਮੁਖ ਤੇ ਜਬ ਭਾਖਾਂ। ਹਾਂ, ਜਦੋਂ ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਨੇ ਮੁਖ ਤੋਂ ਬਚਨ ਕਰਨਾ ਕੀਤਾ, ਬੜਾ ਸੁੰਦਰ ਸਤਿਗੁਰੂ ਜੀ ਦਾ ਮੁਖ ਪ੍ਰਸੰਨ ਖਿੜਿਆ ਹੋਇਆ। ਮੁਖ ਸਿੱਖ ਸਿਰ ਧਰ ਪਰ ਰੱਖ। ਸਾਹਮਣੇ ਜਿਹੜਾ ਸਿੱਖ ਸੀ, ਸਿਰ ਮੱਥੇ ਤੇ ਸਤਿਗੁਰੂ ਜੀ ਦਾ ਬਚਨ ਮੰਨਿਆ ਇਸਨੇ। ਧੰਨ ਗੁਰੂ ਤੁਮਰੀ ਵਡਿਆਈ। ਤੇ ਬੇਨਤੀ ਕਰਦਾ ਕਹਿੰਦਾ, ਸੱਚੇ ਪਾਤਸ਼ਾਹ ਜੀ ਧੰਨ ਹੋ ਤੁਸੀਂ, ਔਰ ਧੰਨ ਹੈ ਤੁਹਾਡੀ ਵਡਿਆਈ। ਇਕ ਰਸ ਸੁਖ ਦੁਖ ਬਿਰਤ ਟਕਾਈ। ਇੱਕ ਰਸ ਤੁਹਾਡੀ ਬਿਰਤੀ ਟਿਕੀ ਹੋਈ, ਕਿਸੇ ਤਰ੍ਹਾਂ ਦਾ ਕੋਈ ਸੁੱਖ ਨਹੀਂ, ਕਿਸੇ ਤਰ੍ਹਾਂ ਦਾ ਕੋਈ ਦੁੱਖ ਨਹੀਂ, ਸਮਾਨ ਬਿਰਤੀ ਵਾਲੇ ਹੋ। ਮੁਖ ਤੇ ਕਹੋ ਲਿਖਿਓ ਵਿਦਿਆਨ। ਹਾਂ, ਮੁਖ ਤੇ ਕਹੋ ਲਿਖਿਓ ਬਿਦ ਆਨ। ਲਿਖੋ ਬਿਦ ਆਨ। ਸੱਚੇ ਪਾਤਸ਼ਾਹ ਜੀ ਜੋ ਮੁਖ ਤੋਂ ਲਿਖਦੇ ਹੋ ਨਾ, ਉਦੋਂ ਲਿਖਦੇ ਜਿਹੜਾ ਉਹ ਹੋਰ ਵਿਧੀ ਅਨੁਸਾਰ ਹੋ। ਵਰਤ ਅਪਰ ਰੀਤ ਭਗਵਾਨ। ਇਹ ਸੱਚੇ ਪਾਤਸ਼ਾਹ ਜੀ ਭਗਵਾਨ ਸਰੂਪ, ਭਗਵਾਨ ਬਿਰਤੀ ਨਾਲ ਵਰਤਦੇ ਹੋ ਆਪ ਜੀ। ਕਰ ਬੰਧਨ ਕੋ ਬਾਰੰਬਾਰ। ਇਸ ਤਰ੍ਹਾਂ ਬਾਰ-ਬਾਰ ਨਮਸਕਾਰਾਂ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ। ਨਿਕਸਿਓ ਕਾਰਾਗ੍ਰਹਿ ਕੇ ਦਵਾਰ। ਉਹ ਸਿੱਖ ਜਿਹੜਾ ਸੀ ਕਾਰਾਗ੍ਰਹਿ ਦੇ ਦਰਵਾਜ਼ੇ ਥਾਣੀ ਬਾਹਰ ਨਿਕਲ ਗਿਆ। ਚੱਲਿਓ ਸ਼ੀਗਰ ਗੁਰਪੁਰ ਮਗ ਮਾਹੀ। ਇਸ ਤਰ੍ਹਾਂ ਗੁਰਪੁਰੀ ਵੱਲ ਨੂੰ ਭਾਵ ਇਧਰ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਚੱਲਿਆ ਹੈ। ਨਿਤ ਦਿਨ ਮੈਂ ਬਿਸਰਾਮੈ ਨਾਹੀ। ਤੇ ਗੁਰੂ ਦਾ ਬਚਨ ਮੰਨ ਕੇ ਤੁਰਿਆ ਜਾਂਦਾ, ਰਾਤ ਦਿਨ ਤੁਰਿਆ ਜਾਂਦਾ, ਵਿਸ਼ਰਾਮ ਨਹੀਂ ਕਰਦਾ। ਭੋਜਨ ਕਰਨ ਸੋਚ ਇਸ਼ਨਾਨ। ਭੋਜਨ ਕਰਨਾ, ਸ਼ੌਚ ਆਦਿਕ ਦੀ ਕਿਰਿਆ, ਇਸ਼ਨਾਨ ਕਰਨਾ। ਫਿਰ ਇਤਕ ਨਤ ਪੰਥ ਮਪਿਆਨ। ਬਸ ਇੰਨਾ ਕੁ ਸਮਾਂ ਟਿਕਦਾ ਵੀ ਇਸ਼ਨਾਨ ਕਰਨ ਲੱਗਿਆ ਜਾਂ ਜਲ ਪਾਣੀ ਛਕਣ ਲੱਗਿਆ, ਜਿੰਨਾ ਕੁ ਸਮਾਂ ਲੱਗਦਾ ਉਸ ਤਰ੍ਹਾਂ ਤੁਰਿਆ ਹੀ ਜਾਂਦਾ ਹੈ। ਨਿਹ ਦਿਨ ਗਮਨਿਓ ਨਹਿਨ ਥਕੇਵਾ। ਰਾਤ ਦਿਨ ਤੁਰਿਆ ਗਿਆ ਇਹ ਸਿੱਖ, ਕਿਸੇ ਤਰ੍ਹਾਂ ਦਾ ਥਕੇਵਾ ਨਹੀਂ ਹੋਇਆ ਇਸ ਨੂੰ। ਜਾਣੇ ਕਰਿਓ ਬਾਕ ਗੁਰਦੇਵਾ। ਇਹ ਜਾਣਦਾ ਹੈ ਵੀ ਗੁਰਦੇਵ ਪਿਤਾ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕਰਨਾ ਕੀਤਾ ਵੀ ਤੈਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਵੇਗੀ। ਹਿਮ ਸ਼ੀਘਰ ਹੀ ਮਗ ਉਲੰਘਾਇਓ। ਇਸ ਤਰ੍ਹਾਂ ਚੱਲਦਾ ਚੱਲਦਾ ਛੇਤੀ ਨਾਲ ਹੀ ਲੰਘ ਗਿਆ ਰਸਤਾ ਸਾਰਾ। ਤਜ ਰੋਪਰ ਕੀਰਤਪੁਰ ਆਇਓ। ਚੱਲਦਾ ਚੱਲਦਾ ਰੋਪੜ ਨੂੰ ਛੱਡ ਕੇ ਤੇ ਕੀਰਤਪੁਰ ਸਾਹਿਬ ਪਹੁੰਚ ਗਿਆ ਸਿੱਖ। ਟਿਕਿਓ ਨਹੀਂ ਆਗੇ ਚੱਲ ਪਰਿਓ। ਵੇਖਿਆ ਇੱਥੇ ਆ ਕੇ ਗੁਰੂ ਕਲਗੀਧਰ ਸਾਹਿਬ ਜੀ ਇੱਥੇ ਨਹੀਂ ਸਨ, ਆਨੰਦਪੁਰ ਸਾਹਿਬ ਤੇ ਆਨੰਦਪੁਰ ਸਾਹਿਬ ਵੱਲ ਨੂੰ ਚੱਲ ਪਿਆ। ਦਰਸ਼ਨ ਸ੍ਰੀ ਆਨੰਦਪੁਰ ਕਰਿਓ। ਆਣ ਕਰਕੇ ਸ੍ਰੀ ਆਨੰਦਪੁਰ ਸਾਹਿਬ ਸਤਿਗੁਰੂ ਸਾਹਿਬ ਜੀ ਦਾ ਦਰਸ਼ਨ ਕੀਤਾ ਇਸ ਨੇ। ਦੋਹਰਾ ਦਵੇ ਘਟਕਾ ਬਾਸਰ ਚੜੇ ਕਰਤਨ ਸੋਚ ਇਸ਼ਨਾਨ। ਇਧਰ ਆਨੰਦਪੁਰ ਸਾਹਿਬ 2 ਘੜੀਆਂ ਦਿਨ ਚੜੇ ਤੇ
ਸਤਿਗੁਰੂ ਸਾਹਿਬ ਜੀ ਨੇ 100 ਚਾਦਕ ਦੀ ਕਿਰਿਆ ਕਰਕੇ ਇਸ਼ਨਾਨ ਕੀਤਾ। ਬੈਠੇ ਹੋਤੇ ਦੀਵਾਨ ਮਹਿ ਸ੍ਰੀ ਗੁਰ ਦਇਆ ਨਿਧਾਨ। ਭਾਵ 100 ਚਾਦਕ ਦੀ ਕਿਰਿਆ ਇਸ਼ਨਾਨ ਕਰਕੇ ਕਿਰਪਾ ਦੇ ਖਜ਼ਾਨੇ ਸਤਿਗੁਰੂ ਕਲਗੀਧਰ ਸਾਹਿਬ ਜੀ ਦੀਵਾਨ ਵਿੱਚ ਬੈਠੇ ਹੋਏ ਸਨ। 2 ਘੜੀਆਂ ਦਿਨ ਜਿਹੜਾ ਚੜ ਚੁੱਕਾ ਹੈ। ਚੌਪਈ ਲੈ ਪੱਤਰ ਕਾ ਸਿੱਖ ਚਲ ਆਇਓ। ਇਹ ਸਿੱਖ ਜਿਹੜਾ ਦਿੱਲੀ ਤੋਂ ਆਇਆ ਸੀ ਚੱਲ ਕੇ ਪੱਤਰਕਾ ਲੈ ਕੇ ਆ ਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਰ ਕਮਲਾਂ ਦੀ। ਪਗ ਪੰਕਜ ਪਰ ਸੀਸ ਨਵਾਇਓ। ਆਣ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਉੱਪਰ ਸੀਸ ਨਵਾਇਆ, ਨਮਸਕਾਰ ਕੀਤੀ ਇਸ ਸਿੱਖ ਨੇ। ਹੱਥ ਜੋੜ ਕਰ ਅਰਪਣ ਕੀਨ। ਹੱਥ ਜੋੜ ਕੇ ਗੁਰੂ ਜੀ ਨੂੰ ਅਰਪਣਾ ਕੀਤਾ। ਪਿਤਾ ਪਠਿਓ ਲੱਖ ਲੀਨ ਪ੍ਰਵੀਨ। ਤੇ ਸਤਿਗੁਰੂ ਗੁਰੂ ਕਲਗੀਧਰ ਸਾਹਿਬ ਜੀ ਨੇ ਜਾਣ ਲਿਆ ਵੀ ਇਹ ਚਿੱਠੀ ਪਿਤਾ ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭੇਜਣਾ ਕੀਤੀ ਹੈ। ਚਿੱਠਾ ਖੋਲ ਜਾਣ ਸਭ ਆਸ਼ਾ। ਉਸ ਚਿੱਠੇ ਨੂੰ ਖੋਲ ਕੇ ਸਾਰਾ ਆਸ਼ਾ ਜਾਣ ਕਰਕੇ ਉਠ ਗਮਨੇ ਜੁਗ ਮਾਤਨ ਪਾਸੈ। ਉੱਠ ਕਰਕੇ ਚੱਲੇ ਕਲਗੀਧਰ ਸਾਹਿਬ ਜੀ ਦੋਵਾਂ ਮਾਤਾਵਾਂ ਦੇ ਕੋਲ। ਸਾਸ ਨੁਖ ਗੁਰ ਰੂਪ ਚਿਤਾਰਤ। ਦੋਵੇਂ ਜਾਣੀਆਂ ਸੱਸ ਮਾਤਾ ਨਾਨਕੀ ਜੀ, ਨੂੰਹ ਮਾਤਾ ਗੁਜਰੀ ਜੀ, ਦੋਵੇਂ ਜਾਣੀਆਂ ਸੱਸ ਤੇ ਨੂੰਹ ਗੁਰੂ ਸਾਹਿਬ ਜੀ ਦੀ ਸੁੰਦਰ ਮੂਰਤ ਦੀ ਚਿਤਵਣੀ ਕਰਦੀਆਂ ਮਨ ਵਿੱਚ। ਕਹਾਂ ਹੋਏ ਇਮ ਸੰਸੈ ਧਾਰਤ। ਤੇ ਇਸ ਗੱਲ ਦਾ ਸੰਸਾ ਮਨ ਵਿੱਚ ਕਰਦੀਆਂ ਵੀ ਪਤਾ ਨਹੀਂ ਕੀ ਹੋਵੇਗਾ, ਕੀ ਬਣੇਗਾ ਹੁਣ। ਕਬ ਕਬ ਜ਼ਿਕਰ ਫਿਕਰ ਕੇ ਕਰਾਂ। ਕਦੀ ਕਦੀ ਬਹੁਤਾ ਜ਼ਿਕਰ ਕਰਦੀਆਂ ਨੇ ਫਿਕਰਾਂ ਦਾ। ਦੁਹਿਤ ਤੁਰਕਪਤ ਤੇ ਚਿਤ ਡਰਾਂ। ਔਰ ਚਿੱਤ ਦੇ ਵਿੱਚ ਦੁਸ਼ਟ ਦੁਰਪਤੀ ਜਿਹੜਾ ਬਾਦਸ਼ਾਹ ਔਰੰਗਜ਼ੇਬ ਉਹ ਤੋਂ ਡਰਦੀਆਂ ਹਨ। ਗੁਰ ਮਹਿਮਾ ਜਾਣੇ ਪਲ ਭਾਂਤੀ। ਬੇਸ਼ੱਕ ਗੁਰੂ ਸਾਹਿਬ ਜੀ ਦੀ ਮਹਿਮਾ ਨੂੰ ਮਾਤਾਵਾਂ ਚੰਗੀ ਤਰ੍ਹਾਂ ਭਲੀ ਪ੍ਰਕਾਰ ਜਾਣਦੀਆਂ ਹਨ। ਤਉ ਉਸਨੇ ਮਾਨ ਦੁਖ ਛਾਤੇ। ਤਾਂ ਵੀ ਉਸ ਵੇਲੇ ਬਹੁਤਾ ਦੁੱਖ ਮੰਨਿਆ ਹੈ ਮਨ ਦੇ ਵਿੱਚ। ਕਿਤਕ ਮਸੰਦ ਸਿੱਖ ਗਨ ਦਾਸ। ਕੁਝ ਕੁ ਮਸੰਦ, ਕੁਝ ਕੁ ਸਿੱਖ, ਕੁਝ ਕੁ ਦਾਸ ਗੁਰੂ ਘਰ ਦੇ ਪਹੁੰਚੇ ਧਰੇ ਮੌਨ ਥਿਤ ਪਾਸ। ਉਹ ਵੀ ਜਾ ਪਹੁੰਚੇ, ਚੁੱਪ ਕਰਕੇ ਖਲੋ ਗਏ ਹਨ। ਬੈਠੇ ਨਿਕਟ ਮਾਤ ਕੇ ਜਾਈ। ਕਲਗੀਧਰ ਸਾਹਿਬ ਜੀ ਉਹ ਚਿੱਠੀ ਹੱਥ ਵਿੱਚ ਲਈ ਤੇ ਮਾਤਾ ਜੀ ਦੇ ਕੋਲ ਜਾ ਬੈਠੇ। ਮੁਖ ਦਾਦੀ ਦਿਸ਼ ਕਰਿਓ ਸੁਨਾਈ। ਔਰ ਆਪਣੀ ਦਾਦੀ ਮਾਤਾ ਨਾਨਕੀ ਜੀ ਦੇ ਵੱਲ ਮੁਖ ਕਰਕੇ ਤੇ ਕਹਿੰਦੇ ਸੁਣਾ ਕੇ। ਸਤਿਗੁਰ ਲਿਖਿਓ ਆਪਣੇ ਹੱਥ। ਮਾਤਾ ਜੀ ਆ ਵੇਖੋ ਗੁਰਦੇਵ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਹੱਥਾਂ ਨਾਲ ਚਿੱਠੀ ਲਿਖ ਕੇ ਭੇਜੀ ਹੈ। ਭਨੇ ਸੰਦੇਸੇ ਹਮ ਤੁਮ ਸਾਥ। ਸਾਡੇ ਤੇ ਤੁਹਾਡੇ ਨਾਲ ਉਹਨਾਂ ਨੇ ਸੰਦੇਸ਼ ਭੇਜਣਾ ਕੀਤਾ ਹੈ। ਸੰਗਤ ਪ੍ਰਤ ਉਪਦੇਸ਼ ਬਤਾਇਓ। ਫਿਰ ਸਾਰੀਆਂ ਸੰਗਤਾਂ ਦੇ ਪਰਥਾਏ ਵੀ ਉਹਨਾਂ ਨੇ ਉਪਦੇਸ਼ ਦੇਣਾ ਕੀਤਾ। ਇਹ ਸਿੱਖਿਆ ਬਹੀ ਲੈ ਕਰ ਆਇਓ। ਆ ਜਿਹੜਾ ਸਿੱਖ ਖਲੋਤਾ ਇਹੋ ਹੀ ਸਿੱਖ ਹੁਣੇ ਲੈ ਕੇ ਆਇਆ ਹੈ। ਇਮ ਕਹਿ ਪਿਖਿਓ ਮੇਵੜੀ ਹੋਰ। ਇਸ ਤਰ੍ਹਾਂ ਕਹਿ ਕੇ ਉਸ ਮੇਵੜੇ ਅਰਦਾਸੀਏ ਸਿੱਖ ਵੱਲ ਤੱਕਿਆ। ਲੇਹੋ ਕਰਮ ਬਾਚੋ ਸਭ ਸ਼ੋਰ। ਇਹ ਪੱਤਰੀ ਜਿਹੜੀ ਚਿੱਠੀ ਹੱਥ ਵਿੱਚ ਫੜ ਕੇ ਤੇ ਇਹਨੂੰ ਪੜਨਾ ਕਰ ਤੇ ਉੱਚੀ ਪੜਨਾ ਕਰ, ਸਾਰੇ ਸੁਣਨਾ ਕਰਨ। ਮਾਨ ਹੁਕਮ ਦੇਨ ਪਠਿਓ ਸੁਨਾਇਓ। ਇਹਨੇ ਨਾ ਉਸ ਮੇਵੜੇ ਅਰਦਾਸੀਏ ਸਿੱਖ ਨੇ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਉਹ ਚਿੱਠੀ ਹੱਥ ਵਿੱਚ ਲੈ ਕੇ ਪੜ ਕੇ ਤੇ ਸੁਣਾਉਣਾ ਕੀਤੀ ਹੈ। ਸੰਗਤ ਪ੍ਰਤ ਜਿਮ ਪ੍ਰਥਮ ਬਤਾਇਓ। ਇਸ ਤਰ੍ਹਾਂ ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਸਿੱਖ ਸੰਗਤਾਂ ਦੇ ਪਰਥਾਏ ਉਪਦੇਸ਼ ਬਖਸ਼ਿਆ ਹੈ। ਬਹੁ ਸਲੋਕ ਬੈਰਾਗ ਜਨਾਵੈ। ਬਹੁਰੋਂ ਫਿਰ ਬੈਰਾਗਮਈ ਸਲੋਕ ਜਿਨ੍ਹਾਂ ਵਿੱਚ ਬਹੁਤਾ ਵੈਰਾਗ ਜਿਹੜਾ ਹੈ ਉਹ ਝਲਕਦਾ ਹੈ, ਉਹ ਉਚਾਰਨਾ ਕੀਤੇ ਤੇ ਅਰਦਾਸੀਏ ਸਿੱਖ ਨੇ ਸੁਣਾਏ। ਜਗ ਮੈਂ ਥਿਰ ਕੋ ਰਹਿਣ ਨ ਪਾਵੈ। ਇਹ ਸੰਸਾਰ ਦੇ ਵਿੱਚ ਕੋਈ ਵੀ ਜੀਵ ਜਿਹੜਾ ਸਥਿਰ ਨਹੀਂ ਰਹਿੰਦਾ ਸਦਾ ਵਾਸਤੇ।
ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਲੋਕਾਂ ਦਾ ਨਿਚੋੜ ਦੱਸਦੇ ਹਨ। ਵੱਡੇ ਵੱਡੇ ਹੋਏ ਸਭ ਚੱਲ ਗਏ, ਇਹ ਸੰਸਾਰ ਦੇ ਵਿੱਚ ਤੇ ਵੱਡੇ ਵੱਡੇ ਆਏ ਤੇ ਸੰਸਾਰ ਤੋਂ ਹੋ ਕੇ ਚਲੇ ਗਏ। ਰਾਮ ਕ੍ਰਿਸ਼ਨ ਅਵਤਾਰ ਜੇ ਭਏ, ਇਸੇ ਤਰ੍ਹਾਂ ਰਾਮਚੰਦਰ ਜੀ, ਕ੍ਰਿਸ਼ਨ ਜੀ ਤੋਂ ਆਦਿਕ ਜਿੰਨੇ ਅਵਤਾਰ ਹੋਏ ਹਨ। ਪੁਨ ਲਛਨ ਭਾਖਿਓ ਬ੍ਰਹਮ ਗਿਆਨੀ, ਹਾਂ, ਇਹ ਸਾਰਾ ਜਿਹੜਾ ਸੀ ਨਾ ਉਹਦੇ ਵਿੱਚ ਵੈਰਾਗ ਦਾ ਨਕਸ਼ਾ ਖਿੱਚਿਆ ਉਹਨਾਂ ਸਲੋਕਾਂ ਦੇ ਵਿੱਚ ਵੀ ਇਸ ਤਰ੍ਹਾਂ ਉਹ ਵੀ ਸੰਸਾਰ ਤੋਂ ਚਲੇ ਗਏ। ਫਿਰ ਬ੍ਰਹਮ ਗਿਆਨੀ ਦਾ ਨਕਸ਼ਾ ਜਿਹੜਾ ਸੀ ਉਹ ਦੱਸਣਾ ਕੀਤਾ। ਬ੍ਰਹਮ ਗਿਆਨੀ ਕਿਹੋ ਜਿਹਾ ਹੁੰਦਾ ਹੈ? ਤਨ ਮੈਂ ਹੰਤਾ ਜਿਨਹੁ ਨ ਮਾਨੀ, ਜਿਨ੍ਹਾਂ ਦੇ ਤਨ ਸਰੀਰ ਦੇ ਵਿੱਚ ਹੰਗਤਾ ਕਿਸੇ ਤਰ੍ਹਾਂ ਵੀ ਉਹਨਾਂ ਨੇ ਰੱਖਣਾ ਕੀਤੀ। ਮੈਂ ਕਿਸਹੂ ਤੇ ਭਇ ਪਾਵੈ, ਕਿਸੇ ਤੋਂ ਡਰਦੇ ਨਹੀਂ। ਬ੍ਰਹਮ ਗਿਆਨੀ ਜਿਹੜਾ ਹੁੰਦਾ ਉਹ ਕਿਸੇ ਤੋਂ ਡਰਦਾ ਨਹੀਂ ਪਰਮੇਸ਼ਰ ਤੋਂ ਬਿਨਾ। ਆਪ ਔਰ ਨ ਤਰਾਸਿਓ ਪਾਵੈ, ਨਾ ਆਪ ਡਰਦਾ ਤੇ ਨਾ ਕਿਸੇ ਨੂੰ ਡਰਾਉਂਦਾ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ। ਨਾ ਕਿਸੇ ਦਾ ਭੈ ਮੰਨਦੇ ਨੇ, ਨਾ ਕਿਸੇ ਨੂੰ ਭੈ ਦਿੰਦੇ ਨੇ। ਇਹ ਪਰਮੇਸ਼ਰ ਦੇ ਗੁਣ ਨੇ। ਤੇ ਬ੍ਰਹਮ ਗਿਆਨੀ ਵੀ ਇਸੇ ਤਰ੍ਹਾਂ ਦਾ ਹੁੰਦਾ। ਪਰਮੇਸ਼ਰ ਦੇ ਬਾਬਤ ਸਤਿਗੁਰੂ ਜੀ ਕਹਿੰਦੇ ਨਿਰਭਉ, ਉਹ ਨਿਰਭਉ ਆ, ਕਿਸੇ ਦਾ ਭੈ ਨਹੀਂ ਉਹਦੇ ਵਿੱਚ। ਤੇ ਜਿੱਥੇ ਉਹ ਨਿਰਭਉ ਆ ਨਾ, ਉੱਥੇ ਉਹਦਾ ਵੈਰ ਵੀ ਕਿਸੇ ਨਾਲ ਨਹੀਂ, ਉਹ ਡਰਦਾ ਵੀ ਕਿਸੇ ਤੋਂ ਨਹੀਂ, ਉਹ ਡਰਾਉਂਦਾ ਵੀ ਕਿਸੇ ਨੂੰ ਨਹੀਂ, ਨਿਰਵੈਰ ਵੀ ਆ। ਸੰਸਾਰ ਦੇ ਵਿੱਚ ਬਹੁਤੇ ਬੰਦੇ ਦੂਜਿਆਂ ਨੂੰ ਡਰਾ ਕੇ ਜੀਂਦੇ ਵੀ ਇਹਨੂੰ ਡਰਾ ਕੇ ਰੱਖੋ, ਡਰਾ ਕੇ। ਅਸਲ ਦੇ ਵਿੱਚ ਦੂਜੇ ਨੂੰ ਡਰਾਉਂਦਾ ਉਹੀ ਹੈ ਜਿਹੜਾ ਆਪ ਡਰਦਾ ਹੁੰਦਾ ਕਿ ਕਿਤੇ ਮੇਰੇ ਤੇ ਇਹ ਵੀ ਨਾ ਹੋ ਜੇ, ਪਹਿਲਾਂ ਹੀ ਦੱਬ ਕੇ ਰੱਖੋ ਇਹਨੂੰ। ਉਹ ਡਰਾਉਂਦਾ, ਉਹ ਡਰਾ ਕੇ ਜੀਂਦਾ ਸੰਸਾਰ ਅੰਦਰ ਜਿਹੜਾ ਆਪ ਡਰਦਾ। ਤੇ ਜਿਹੜਾ ਆਪ ਨਹੀਂ ਨਾ ਡਰਦਾ ਉਹ ਦੂਜੇ ਨੂੰ ਵੀ ਡਰਾਉਂਦਾ ਨਹੀਂ ਕਿਸੇ ਤਰ੍ਹਾਂ। ਨਾ ਉਹ ਆਪ ਡਰਦਾ, ਨਾ ਉਹ ਕਿਸੇ ਨੂੰ ਡਰਾਉਂਦਾ। ਬ੍ਰਹਮ ਗਿਆਨੀ ਦੇ ਲੱਛਣ ਇਸ ਤਰ੍ਹਾਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਸਲੋਕਾਂ ਦੇ ਵਿੱਚ ਅੰਕਿਤ ਕੀਤੇ। ਉਤਤ ਨਿੰਦਾ ਕੰਚਨ ਲੋਹ, ਫਿਰ ਇਹ ਵੀ ਦੱਸਿਆ ਵੀ ਉਹਨਾਂ ਦੇ ਮਨ ਵਿੱਚ ਨਾ ਕਿਸੇ ਪ੍ਰਕਾਰ ਦੀ ਉਸਤਤ ਤੇ ਨਾ ਨਿੰਦਿਆ, ਨਾ ਉਸਤਤ ਦਾ ਚਾਅ ਹੁੰਦਾ ਤੇ ਨਾ ਨਿੰਦਿਆ ਦਾ ਡਰ ਉਹਨਾਂ ਨੂੰ। ਮਾਨ ਅਮਾਨ ਸਮਾਨ ਹੋਏ, ਔਰ ਇਸੇ ਤਰ੍ਹਾਂ ਕੰਚਨ ਤੇ ਲੋਹ, ਸੋਨਾ ਤੇ ਲੋਹਾ ਉਹਨਾਂ ਦੇ ਬਾਬਤ ਇੱਕ ਬਰਾਬਰ ਹੀ ਹੈ। ਕੰਚਨ ਮਾਟੀ ਮਾਨੈ, ਤੇ ਮਾਨ ਤੇ ਅਪਮਾਨ ਉਹਨਾਂ ਦੇ ਵਾਸਤੇ ਇੱਕ ਬਰਾਬਰ ਹੈ। ਨਾ ਉਹਨਾਂ ਨੂੰ ਇੱਜ਼ਤ ਦੀ ਖੁਸ਼ੀ ਤੇ ਨਾ ਅਪਮਾਨ ਦਾ ਡਰ ਹੁੰਦਾ ਹੈ। ਪੁਨ ਜਨਨੀ ਬਿਰਦਾ ਹਿਤ ਧੀਰ, ਉਹਨਾਂ ਫਿਰ ਬਜ਼ੁਰਗ ਮਾਤਾ ਜੀ ਦੇ ਵਾਸਤੇ ਹੌਸਲਾ ਦੇਣ ਵਾਸਤੇ ਹੋਨ ਹਾਰ ਹੀ ਤਜਨ ਸ਼ਰੀਰ, ਇਹ ਸਰੀਰ ਜਿਹੜਾ ਛੱਡਣਾ ਇਹ ਹੋਣਹਾਰ ਹੈ। ਜਾਂ ਤੇ ਉਚਿਤ ਨ ਚਿੰਤਾ ਕਰਨੀ, ਇਸ ਕਰਕੇ ਇਹਦੀ ਕੋਈ ਚਿੰਤਾ ਕਰਨੀ ਨਹੀਂ ਚਾਹੀਦੀ। ਇਹ ਗੱਲ ਠੀਕ ਨਹੀਂ, ਯੋਗ ਨਹੀਂ। ਚਿੰਤਾ ਕਾਹਦੀ ਕਰਨੀ ਹੈ? ਇਹ ਸਰੀਰ ਤੇ ਨਾਸ ਹੋਣਾ ਹੀ ਹੈ। ਸੁਪਨੇ ਜਗ ਕੇ ਸਮਤਾ ਬਰਨੀ, ਔਰ ਇਹ ਸੰਸਾਰ ਜਿਹੜਾ ਸੁਪਨੇ ਦੇ ਸਮਾਨ ਹੈ। ਇਸ ਤਰ੍ਹਾਂ ਇਹ ਸੰਸਾਰ ਦੀ ਜਿਹੜੀ ਹੈ ਉਹ ਵਰਣਨ ਕਰਨਾ ਕੀਤਾ ਹੈ। ਸੁਪਨੇ ਦੇ ਨਿਆਈ ਸੰਸਾਰ, ਜਿਸ ਕੀ ਆਦ ਅੰਤ ਤਿਸ ਹੋਏ, ਜਿਹਦੀ ਆਦ ਹੁੰਦੀ ਹੈ ਨਾ, ਜਿਹਦਾ ਮੁੱਢ ਹੁੰਦਾ, ਜਿਹਦੀ ਸ਼ੁਰੂਆਤ ਹੁੰਦੀ ਹੈ, ਉਹਦਾ ਅੰਤ ਵੀ ਹੁੰਦਾ ਹੈ। ਉਪਵਨ ਵਾਰ ਬਿਨਸਤ ਸੋਏ, ਉਪਜਨ ਵਾਲਾ, ਪੈਦਾ ਹੋਣ ਵਾਲਾ ਨਾਸ ਵੀ ਹੁੰਦਾ ਹੈ। ਜਾਂ ਤੇ ਸਭ ਤਿਆਗੋ ਜੰਜਾਲ, ਇਸ ਕਰਕੇ ਨਾ ਸਾਰੇ ਜੰਜਾਲ ਨੂੰ ਛੱਡ ਕਰਕੇ ਸਾਸ ਸਾਸਰ ਪ੍ਰਭੂ ਸੰਭਾਲ, ਸਵਾਸ ਸਵਾਸ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਕਰੋ। ਪੁੰਨ ਸਪੂਤ ਕੇ ਸੰਗ ਸੰਦੇਸ਼, ਉਹਨਾਂ ਫਿਰ ਇਸ ਤਰ੍ਹਾਂ ਮਾਤਾਵਾਂ ਨੂੰ ਉਪਦੇਸ਼ ਦੇ ਕੇ ਆਪਣੇ ਪੁੱਤਰ ਗੋਬਿੰਦ ਰਾਏ ਜੀ ਦੇ ਪਰਥਾਏ। ਲਿਖਿਓ ਜੋ ਪਠਿਓ ਸੋ ਸੁਨਿਓ ਅਸ਼ੇਸ਼, ਜੋ ਲਿਖ ਕੇ ਸਤਿਗੁਰੂ ਜੀ ਨੇ ਭੇਜਿਆ ਸੀ ਉਹ ਵੀ ਸੁਣਨਾ ਕੀਤਾ ਸਾਰਿਆਂ। ਗਨ ਸਲੋਕ ਜਾ ਪਠੇ ਸੁਨਾਏ, ਜਦੋਂ ਇਸ ਤਰ੍ਹਾਂ ਬਹੁਤੇ ਸ਼ਲੋਕ ਪੜ੍ਹ ਕੇ ਤੇ ਸੁਣਾਉਣਾ ਕੀਤੇ ਹਨ। ਸਭ ਕੇ ਲੋਚਨ ਜਲ ਭਰ ਆਏ, ਸਾਰਿਆਂ ਦੇ ਨੇਤਰਾਂ ਦੇ ਵਿੱਚ ਵੈਰਾਗ ਦੇ ਕਾਰਨ ਜਲ ਆ ਗਿਆ। ਭਏ ਮਨ ਕੁਛ ਕਹਿਓ ਨ ਜਾਈ,
ਚੁੱਪ ਹੋ ਗਏ ਸਾਰੇ, ਕੁਛ ਬੋਲਿਆ ਨਹੀਂ ਜਾਂਦਾ ਉਸ ਵਕਤ। ਹੱਥ ਜੋੜ ਪੁਨ ਸਿੱਖ ਸੁਨਾਏ। ਉਹਨਾਂ ਹੱਥ ਜੋੜ ਕੇ ਨਾ ਉਹ ਸਿੱਖ ਜਿਹੜਾ ਚਿੱਠੀ ਲੈ ਕੇ ਆਇਆ ਸੀ, ਉਹਨੇ ਬੇਨਤੀ ਕੀਤੀ ਕਲਗੀਧਰ ਸਾਹਿਬ ਜੀ ਦੇ ਕੋਲ। ਸਰੀ ਮੁਖ ਤੇ ਮੋਹ ਪ੍ਰਤ ਫਰਮਾਏ। ਕਲਗੀਧਰ ਸਾਹਿਬ ਜੀ ਨੂੰ ਕਹਿੰਦਾ ਜੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੁਭਾਏਮਾਨ ਮੁਖ ਤੋਂ ਮੈਨੂੰ ਇਹ ਬਚਨ ਕੀਤਾ ਹੈ। ਸਾਹਿਬ ਜਾਦੇ ਨਿਕਟ ਪਠਾਏ। ਹਾਂ, ਸਾਹਿਬਜ਼ਾਦੇ ਦੇ ਕੋਲ ਚਲੇ ਜਾਣਾ ਕਰ, ਭਾਵ ਤੁਹਾਡੇ ਕੋਲ ਭੇਜਿਆ ਮੈਨੂੰ ਉਹਨਾਂ ਨੇ। ਪੁਨੀ ਉੱਤਰ ਲਖਵਾਮਨ ਕੀਜੈ। ਤੇ ਪੁਨਾ ਉਹਨਾਂ ਨੇ ਗੱਲ ਕਹੀ ਵੀ ਇਹ ਚਿੱਠੀ ਪੜਨ ਤੇ ਇਹਦਾ ਉੱਤਰ ਵੀ ਸਾਨੂੰ ਲਿਖ ਕੇ ਦੇਣ। ਬਿਨਾ ਬਿਲਮ ਹਮ ਢਿੱਗ ਪਠ ਦੀਜੈ। ਤੇ ਬਿਨਾ ਬਿਲਮ ਤੋਂ ਬਿਨਾ ਦੇਰੀ ਤੋਂ ਸਾਡੇ ਕੋਲ ਛੇਤੀ ਨਾ ਭੇਜ ਦੇਣਾ ਕਰੋ। ਜਾਂ ਤੇ ਨਹਿ ਬਿਲੰਬ ਅਬ ਤਹਾਰੋ। ਇਸ ਕਰਕੇ ਸੱਚੇ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਵੀ ਹੁਕਮ ਹੈ ਤੇ ਆਪ ਜੀ ਕਿਰਪਾ ਕਰੋ, ਹੁਣ ਦੇਰੀ ਨਾ ਕਰੋ, ਇਸ ਕਰਕੇ ਛੇਤੀ ਨਾ ਕਾਰਜ ਕਰੋ। ਲਿਖ ਕਰ ਉਤਰ ਪਠੋ ਵਿਚਾਰ। ਤੇ ਇਸ ਚਿੱਠੀ ਨੂੰ ਪੜ੍ਹੋ, ਇਹਦੀ ਵਿਚਾਰ ਕਰੋ ਤੇ ਇਹਦਾ ਉੱਤਰ ਮੈਨੂੰ ਲਿਖ ਕੇ ਦੇ ਦੇਣਾ ਕਰੋ। ਗੁਰ ਨੰਦਨ ਸੁਣ ਜਾਣਿਓ ਆਸ਼ਾ। ਸੁਣ ਕਰਕੇ ਗੋਬਿੰਦ ਰਾਏ ਜੀ ਨੇ ਨਾ ਸਤਿਗੁਰੂ ਜੀ ਦਾ ਆਸ਼ਾ ਜਾਣਿਆ ਹੈ। ਸਕਲ ਸ਼ਗਤ ਕੋ ਬਲ ਜਿਨ ਪਾਸ਼ਾ। ਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਰੀਆਂ ਸ਼ਕਤੀਆਂ ਦਾ ਬਲ ਜਿਨ੍ਹਾਂ ਦੇ ਕੋਲ ਹੈ। ਸੂਰਜ ਸਸ ਕਾ ਰੋਕ ਰਖਿਆ। ਹਾਂ, ਸੂਰਜ ਨੂੰ ਚੰਦਰਮਾ ਨੂੰ ਜਿਨ੍ਹਾਂ ਨੇ ਰੋਕ ਕੇ ਰੱਖਿਆ ਹੈ। ਬ੍ਰਹਮ ਲੋਕ ਲ ਬਲ ਅਤਸ਼ਯਾ। ਤੇ ਬ੍ਰਹਮ ਲੋਕ ਤੱਕ ਇਹਨਾਂ ਦਾ ਬਹੁਤਾ ਵੱਡਾ ਬਲ ਹੈ, ਬਹੁਤੀ ਸਮਰੱਥਾ ਹੈ। ਹੱਥ ਜੋੜ ਇੰਦਰ ਆਦਿਕ ਥਿਰਾ। ਹੱਥ ਜੋੜ ਕੇ ਇੰਦਰ ਤੋਂ ਆਦਿਕ ਦੇਵਤੇ ਹੱਥ ਜੋੜ ਕੇ ਗਾੜੀ ਖਲੋਤੇ ਰਹਿੰਦੇ, ਇਹਨਾਂ ਦੇ ਐਸੀ ਸਮਰੱਥਾ ਇਹਨਾਂ ਦੀ। ਜਥਾ ਹੁਕਮ ਸੋ ਤਤਸ਼ਨ ਕਰ। ਜਿਸ ਤਰ੍ਹਾਂ ਦਾ ਗੁਰੂ ਸਾਹਿਬ ਦਾ ਹੁਕਮ ਹੋਵੇ ਉਸੇ ਤਰ੍ਹਾਂ ਹੀ ਇਹ ਇੰਦਰ ਦੇਵਤੇ ਕਰਦੇ ਹਨ। ਕਿਆ ਨਰ ਬਪਰੇ ਤਿਨਹੁ ਅਗਾਰੇ। ਐਸੇ ਸਤਿਗੁਰੂ ਦੇ ਗਾੜੀਏ ਮਨੁੱਖ ਵਿਚਾਰੇ ਕੀ ਹਨ। ਹਮਨੇ ਉਡਾਏ ਫੂਕ ਇੱਕ ਮਾਰੇ। ਸਤਿਗੁਰੂ ਦੇ ਫੂਕ ਮਾਰ ਕੇ ਧਰਤੀ ਉਡਾ ਸਕਦੇ, ਐਸੀ ਸਮਰੱਥਾ ਇਹਨਾਂ ਦੇ ਵਿੱਚ। ਇੱਕ ਬਾਗ ਤੇ ਸਭ ਤੁਰ ਕੰਨਾ। ਹਾਂ, ਇੱਕ ਬਚਨ ਕਰਕੇ ਸਾਰਿਆਂ ਦੁਸ਼ਟਾਂ ਦਾ। ਸ਼ਾਹੋ ਕੇ ਰੰਕ ਹੋਏ ਪਰਹੰਨਾ। ਭਾਵੇਂ ਬਾਦਸ਼ਾਹ ਹੋਵੇ ਤੇ ਭਾਵੇਂ ਹੋਣ ਕੰਗਾਲ, ਸਾਰਿਆਂ ਨੂੰ ਨਾਸ ਕਰ ਸਕਦੇ ਗੁਰੂ ਤੇਗ ਬਹਾਦਰ ਸਾਹਿਬ ਜੀ। ਐਸੀ ਸਮਰੱਥਾ ਉਹਨਾਂ ਦੇ ਵਿੱਚ। ਜੋ ਸਹਾਇਤਾ ਸਭ ਕੀ ਕਰ। ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਰਿਆਂ ਦੀ ਸਹਾਇਤਾ ਕਰਨ ਵਾਲੇ ਹਨ। ਹਿਰਦੇ ਮਨੋਰਥ ਜੇ ਸਿੱਖ ਧਰ। ਜੋ ਵੀ ਕੋਈ ਸਿੱਖ ਹਿਰਦੇ ਵਿੱਚ ਮਨੋਰਥ ਧਾਰਨ ਕਰਦਾ ਉਹ ਪੂਰਾ ਕਰਨ ਵਾਲੇ ਨੇ। ਦੂਰ ਕੇ ਨੇਰ ਕੇ ਅਮਨ ਆਕਾਸ਼। ਭਾਵੇਂ ਕੋਈ ਸੇਵਕ ਦੂਰ ਹੋਵੇ, ਭਾਵੇਂ ਕੋਈ ਲਾਗੇ ਹੋਵੇ, ਭਾਵੇਂ ਕੋਈ ਧਰਤੀ ਤੇ ਹੋਵੇ, ਭਾਵੇਂ ਕੋਈ ਆਕਾਸ਼ ਤੇ ਹੋਵੇ। ਸਿਮਰੇ ਮਨ ਪਹੁੰਚਤ ਜਨ ਪਾਸ। ਤੇ ਕੋਈ ਮਨ ਵਿੱਚ ਵੀ ਯਾਦ ਕਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਸੇਵਕਾਂ ਦੇ ਕੋਲ ਪਹੁੰਚ ਜਾਂਦੇ ਉਹਨਾਂ ਦੀ ਰੱਖਿਆ ਕਰਨ ਵਾਸਤੇ। ਸਕਲ ਕਲਾ ਸਮਰੱਥ ਗੁਰ ਐਸੇ। ਇਹ ਐਸੀ ਸਮਰੱਥਾ ਦੇ ਸਹਿਤ, ਸਾਰੀਆਂ ਸ਼ਕਤੀਆਂ ਦੇ ਸਹਿਤ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ। ਨਿਜ ਸਹਾਇਤਾ ਚਾਹਤ ਕੈਸੇ। ਉਹ ਆਪਣੀ ਸਹਾਇਤਾ ਕਿਵੇਂ ਚਾਹ ਸਕਦੇ, ਕਿਵੇਂ ਇੱਛਾ ਕਰ ਸਕਦੇ ਆਪਣੀ ਸਹਾਇਤਾ ਵਾਸਤੇ। ਭਾਵ ਜੋ ਸਤਿਗੁਰੂ ਜੀ ਨੇ ਬਚਨ ਲਿਖ ਕੇ ਭੇਜਿਆ ਨਾ ਕਿ ਇਹ ਜਿਹੜਾ ਦੋਹਰਾ ਲਿਖਿਆ ਸੀ, ਬੰਧਨ ਪਰੇ ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ, ਗੱਜ ਜਿਉ ਹੋ ਸਹਾਏ, ਬਲ ਛੁਟਕਿਓ ਬੰਧਨ ਪਰੇ। ਇਹਦਾ ਜਵਾਬ ਜਿਹੜਾ ਹੁਣ ਲਿਖ ਕੇ ਦੇਣਾ ਨਾ ਕਲਗੀਧਰ ਸਾਹਿਬ ਜੀ ਨੇ। ਤੇ ਸਤਿਗੁਰੂ ਜੀ ਕਲਗੀਧਰ ਸਾਹਿਬ ਜੀ ਮਨ ਵਿੱਚ ਵਿਚਾਰਦੇ ਵੀ ਗੁਰੂ ਸਾਹਿਬ ਜੀ ਤੇ ਸਾਰਿਆਂ ਦੀਆਂ ਸਹਾਇਤਾ ਕਰਨ ਵਾਲੇ, ਸਾਰਿਆਂ ਦਾ ਓਟ ਆਸਰਾ, ਤੇ ਉਹਨਾਂ ਨੂੰ ਕਿਸੇ ਦੀ ਸਹਾਇਤਾ ਦੀ ਕੀ ਜ਼ਰੂਰਤ ਹੈ। ਜਿਨ ਕੇ ਦਾਸਨ ਦਾਸਨ ਦਾਸ। ਸਗੋਂ ਇਹਨਾਂ ਦੇ ਤੇ ਦਾਸਾਂ ਦੇ ਜਿਹੜੇ ਦਾਸ ਨੇ, ਇਹਨਾਂ ਦੇ ਸੇਵਕਾਂ ਦੇ ਜਿਹੜੇ ਅੱਗੇ ਸੇਵਕ ਹਨ। ਜਗਹਿ ਨਿਵਾਜੇ ਕਰੇ ਕੇ ਨਾਸ਼। ਹਾਂ, ਉਹ ਸੰਸਾਰ ਨੂੰ ਬਣਾ ਸਕਦੇ ਨੇ, ਸੰਸਾਰ ਦਾ ਨਾਸ਼ ਕਰ ਸਕਦੇ। ਇਹਨਾਂ ਦੇ ਤੇ ਸੇਵਕਾਂ ਦੇ ਵੀ ਜਿਹੜੇ ਗਾਂ ਸੇਵਕ ਨੇ, ਉਹਨਾਂ ਵਿੱਚ ਐਸੀ ਤਾਕਤ ਆ
ਵੀ ਉਹ ਸਾਰੇ ਸੰਸਾਰ ਨੂੰ ਬਣਾ ਸਕਦੇ ਤੇ ਨਾਸ ਕਰ ਸਕਦੇ। ਗੁਰੂ ਵਿੱਚ ਤੇ ਉਹਨਾਂ ਨਾਲੋਂ ਵੀ ਵੱਡੀ ਸਮਰੱਥਾ। ਤਿੰਨ ਸਹਾਇਤਾ ਕਰਨੇ ਅਜੋਗ, ਐਸੇ ਸਤਿਗੁਰੂ ਦੀ ਸਹਾਇਤਾ ਜਿਹੜੀ ਕਰਨੀ ਹੈ, ਮਾਨੈ ਹੁਕਮ 14 ਲੋਕ। ਇਹ ਅਜੋਗ ਜੀ ਗੱਲ ਬਣਦੀ ਹੈ, ਕਿਉਂਕਿ 14 ਲੋਕਾਂ ਦੇ ਲੋਕ ਉਹਨਾਂ ਦਾ ਹੁਕਮ ਮੰਨਦੇ ਹਨ। ਸ੍ਰੀ ਨਾਨਕ ਕੀ ਜੋਤਿ ਉਦਾਰਾ, ਧੰਨ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਜੋ ਮਹਾਨ ਜੋਤ ਹੈ, ਅਦਕ ਪ੍ਰਕਾਸ਼ਿਤ ਜਿਨੋ ਮਝਾਰਾ। ਧੰਨ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਿੱਚ ਬਹੁਤੀ ਪ੍ਰਕਾਸ਼ਮਾਨ ਹੈ। ਹਿਮ ਵਿਚਾਰ ਕਰ ਗੁਰ ਕੇ ਨੰਦਨ, ਉਹਨਾਂ ਨੂੰ ਕਿਸੇ ਦੀ ਸਹਾਇਤਾ ਦੀ ਕੀ ਜ਼ਰੂਰਤ ਹੋ ਸਕਦੀ ਹੈ। ਇਹ ਵਿਚਾਰ ਕਲਗੀਧਰ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਪੁੱਤਰ ਸਤਿਗੁਰੂ ਗੋਬਿੰਦ ਰਾਏ ਜੀ ਨੇ ਮਨ ਵਿੱਚ ਵਿਚਾਰ ਕੀਤੀ ਹੈ। ਪੂਰਬ ਲਿਖੇ ਆਪਣੇ ਬੰਧਨ, ਸਭ ਤੋਂ ਪਹਿਲਾਂ ਆਪਣੇ ਵੱਲੋਂ ਨਮਸਕਾਰ ਕੀਤੀ ਹੈ। ਚਿਤ ਮੈਂ ਚਾਹੋ ਸੋ ਤੁਰਤ ਬਨਾਵ। ਤੇ ਇਹ ਫਿਰ ਲਿਖਣਾ ਕੀਤਾ ਵੀ ਜੋ ਤੁਸੀਂ ਚਿੱਤ ਵਿੱਚ ਚਾਹੋ ਮਹਾਰਾਜ ਉਹ ਛੇਤੀ ਦੇ ਨਾਲ ਬਣਾ ਸਕਦੇ ਜੇ। ਤਾਂ ਭਲੀ ਵਿਦ ਸ਼ਗਤ ਦੁਰਾਵ, ਤਾਂ ਆਪ ਜੀ ਭਲੀ ਪ੍ਰਕਾਰ ਆਪਣੀ ਸ਼ਕਤੀ ਨੂੰ ਛੁਪਾ ਕੇ ਰੱਖ ਰਹੇ ਹੋ। ਸਰੀ ਮੁਖ ਵਾਕ ਪਾਤਸ਼ਾਹੀ ਦਸਵੀਂ, ਬਲ ਹੋਆ ਬੰਧਨ ਛੁਟੇ, ਸਭ ਕਿਛ ਹੋਤਿ ਉਪਾਏ। ਕਲਗੀਧਰ ਸਾਹਿਬ ਜੀ ਨੇ ਫਿਰ ਆਪਣੇ ਵੱਲੋਂ ਇਹ ਬਚਨ ਲਿਖੇ ਵੀ ਬਲ ਹੋਆ ਬੰਧਨ ਛੁੱਟੇ। ਜਦੋਂ ਆਤਮਿਕ ਬਲ ਪੂਰਨ ਹੋ ਗਿਆ ਫਿਰ ਸਾਰੇ ਬੰਧਨ ਛੁੱਟ ਗਏ ਤੇ ਸਾਰੇ ਯਤਨ ਜਿਹੜੇ ਉਹ ਪੂਰਨ ਹੋ ਗਏ। ਨਾਨਕ ਸਭ ਕਿਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਏ। ਤੇ ਸਤਿਗੁਰੂ ਜੀ ਕਹਿੰਦੇ ਸਭ ਕੁਝ ਤੁਹਾਡੇ ਹੱਥ ਵਾਸੀ ਆ, ਤੁਸੀਂ ਆਪ ਹੀ ਸਹਾਇਤਾ ਕਰਨ ਵਾਲੇ ਹੋ। ਚੌਪਈ ਇਸ ਪ੍ਰਕਾਰ ਉੱਤਰ ਲਿਖ ਪਾਤੀ, ਇਸ ਤਰ੍ਹਾਂ ਚਿੱਠੀ ਦਾ ਉੱਤਰ ਜਿਹੜਾ ਸੀ ਲਿਖ ਕਰਕੇ ਸਭ ਕੀ ਨਮੋ ਲਿਖੀ ਸੁਖ ਸ਼ਾਂਤੀ। ਸਾਰਿਆਂ ਦੀ ਨਮਸਕਾਰ ਤੇ ਸੁਖ ਸ਼ਾਂਤੀ ਕਲਗੀਧਰ ਸਾਹਿਬ ਜੀ ਨੇ ਲਿਖਣਾ ਕੀਤੀ। ਤੀਨ ਲੋਕ ਕੇ ਮਾਲਕ ਆਪ, ਮਹਾਰਾਜ ਜੀ ਆਪ ਤਿੰਨਾਂ ਲੋਕਾਂ ਦੇ ਮਾਲਕ ਹੋ। ਚਾਹੋ ਜੋ ਰਚੋ ਉਥਾਪਨ ਥਾਪ, ਜੋ ਤੁਸੀਂ ਚਾਹੋ ਉਹੋ ਹੀ ਰਚ ਸਕਦੇ, ਜਿਹਨੂੰ ਮਰਜੀ ਥਾਪ ਦਿਓ, ਜਿੰਦੋਂ ਮਰਜੀ ਉਥਾਪ ਕਰ ਦਿਓ, ਨਾਸ ਕਰ ਦਿਓ। ਇਤਿਆਦਿਕ ਲਿਖ ਬੌਰ ਵਿਚਾਰਾ, ਇਸ ਤੋਂ ਆਦਿਕ ਇਹ ਬਚਨ ਲਿਖ ਕੇ ਵਿਚਾਰਿਆ ਹੈ। ਸਮੇ ਅਲਪਤਨ ਤਜਨ ਮਝਾਰਾ। ਕਲਗੀਧਰ ਸਾਹਿਬ ਜੀ ਨੇ ਜਾਣਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਰੀਰ ਤਿਆਗਣ ਵਿੱਚ ਸਮਾਂ ਥੋੜਾ ਰਹਿ ਗਿਆ ਬਾਕੀ। ਆਨੇ ਸੀਸ ਜਾਏ ਸਿੱਖ ਜੋਏ, ਫਿਰ ਕੋਈ ਸਿੱਖ ਜਾਵੇ ਜਿਹੜਾ ਸੀਸ ਵੀ ਲੈ ਕੇ ਆਵੇ ਸਤਿਗੁਰਾਂ ਦਾ। ਮੈਂ ਬਿਲਮਿਆ ਨਿਰਭੈ ਹੋਏ, ਨਾ ਕਿਸੇ ਤਰ੍ਹਾਂ ਦਾ ਕੋਈ ਦੇਰੀ ਕਰੇ, ਡੇਰ ਲਾਵੇ, ਤੇ ਨਾ ਕਿਸੇ ਤਰ੍ਹਾਂ ਦਾ ਕੋਈ ਭੈ ਮਨ ਵਿੱਚ ਰੱਖੇ। ਜੋ ਆਇਓ ਸੋ ਨਹਿਨ ਪਠਾਇਓ। ਇਹ ਜਿਹੜਾ ਸਿੱਖ ਆਇਆ ਸੀ ਨਾ ਚਿੱਠੀ ਲੈ ਕੇ, ਕਲਗੀਧਰ ਸਾਹਿਬ ਜੀ ਨੇ ਉਹਨੂੰ ਨਹੀਂ ਵਾਪਸ ਭੇਜਿਆ। ਅਪਰਦਾਸ ਕੋ ਨਿਕਟ ਬੁਲਾਇਓ, ਹੋਰ ਸੇਵਕ ਨੂੰ ਆਪਣੇ ਕੋਲ ਬੁਲਾ ਕੇ ਤੋਰਨਾ ਕੀਤਾ। ਕਰੋ ਗਉਨ ਅਬ ਪੌਣ ਸਮਾਨਾ। ਉਹਨੂੰ ਤਾਕੀਦ ਕੀਤੀ ਵੀ ਹੁਣ ਹਵਾ ਦੇ ਬੇਗ ਦੀ ਤਰ੍ਹਾਂ ਜਾਣਾ ਕਰ। ਪਹੁੰਚੋ ਨਿਕਟ ਤਰਾਸ ਨ ਮਾਨੋ, ਸਤਿਗੁਰੂ ਸਾਹਿਬ ਜੀ ਦੇ ਕੋਲ ਪਹੁੰਚਣਾ ਕਰ, ਕਿਸੇ ਤਰ੍ਹਾਂ ਦਾ ਡਰ ਨਾ ਮੰਨੀ ਆਪਣੇ ਮਨ ਵਿੱਚ। ਸਭ ਦੇ ਤੇ ਆ ਬੰਧਨ ਕਰੀਆ ਹੈ, ਸਭ ਤਰ੍ਹਾਂ ਕਰਕੇ ਨਮਸਕਾਰ ਕਰੀ ਸਤਿਗੁਰੂ ਜੀ ਨੂੰ ਸਾਡੇ ਸਾਰਿਆਂ ਵੱਲੋਂ। ਜੋ ਕਾਰਨ ਹੋਏ ਖਰੇ ਨਿਹਰੀਆ, ਜੋ ਵੀ ਕਾਰਨ ਹੋਵੇ ਉੱਥੇ ਖਲੋ ਕੇ ਸਭ ਕੁਝ ਵੇਖਣਾ। ਕਿਦੇ ਤੇ ਨ ਸੰਸ਼ੇ ਧਰੀਆ ਹੈ, ਕਿਸੇ ਪਾਸੇ ਤੋਂ ਵੀ ਕਿਸੇ ਤਰ੍ਹਾਂ ਦਾ ਕੋਈ ਸ਼ੰਕਾ ਨਾ ਮਨ ਵਿੱਚ, ਸੰਸਾ ਨਾ ਰੱਖੀ ਆਪਣੇ ਮਨ ਵਿੱਚ। ਆਮਨ ਜਨ ਕਰਤ ਨ ਡਰੀਆ ਹੈ, ਆਉਂਦਿਆਂ ਤੇ ਜਾਂਦਿਆਂ ਕਿਸੇ ਤਰ੍ਹਾਂ ਦਾ ਕੋਈ ਡਰ ਨਾ ਮਨ ਵਿੱਚ ਰੱਖੀ। ਹੱਥ ਜੋੜ ਗੁਰ ਤੇ ਸੁਣ ਬਾਣੀ, ਸਤਿਗੁਰੂ ਜੀ ਦੇ ਬਚਨ ਸੁਣ ਕੇ ਹੱਥ ਜੋੜ ਕਰਕੇ ਉਹ ਸਿੱਖ ਭਇਓ ਤਿਆਰ ਚਲਬੇ ਕਹ ਮਾਨੀ। ਸਤਿਗੁਰੂ ਜੀ ਦਾ ਬਚਨ ਮੰਨਿਆ ਤੇ ਤਿਆਰ ਹੋਇਆ ਚੱਲਣ ਵਾਸਤੇ। ਬਾਰੰਬਾਰ ਨਾਨਕੀ ਮਾਤਾ, ਬਾਰ-ਬਾਰ ਮਾਤਾ ਨਾਨਕੀ ਜੀ। ਮੈਂ ਅਤ ਬਿਰਦਾ ਸੁਨੋ ਦੁਖ ਤਾਤਾ। ਤੇ ਇਹ ਕਹਿੰਦੇ ਨੇ ਵੀ ਮੈਂ ਬਹੁਤੀ ਬਜ਼ੁਰਗ ਹਾਂ ਤੇ ਹੁਣ ਆਪਣੇ ਪੁੱਤਰ ਦੇ ਐਸੇ ਦੁੱਖ ਵਾਲੇ ਬੋਲ ਸੁਣਾਂਗੀ। ਸਰੀ ਗੁਜਰੀ ਮਨ ਦੀਨ ਉਚਾਰੇ, ਉਹਨਾਂ ਦੀ ਐਸੀ ਦੁਖਦਾਈ ਖਬਰ ਸੁਣਾਂਗੀ
ਇਸੇ ਤਰ੍ਹਾਂ ਹੀ ਮਾਤਾ ਗੁਜਰੀ ਜੀ ਬੜਾ ਦੀਨ ਨਿਮਾਣਾ ਹੋ ਕੇ ਕਰ ਬਚਨ ਕਰਦੇ ਨੇ। ਤੁਮ ਦਰਸ਼ਨ ਕੀ ਪਿਆਸ ਹਮਾਰੇ, ਇਹ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨਾਂ ਦੀ ਬਹੁਤੀ ਇੱਛਾ ਸਾਡੇ ਮਨ ਵਿੱਚ। ਜਿਮ ਜਾਨੋ ਤਿਮ ਰਚੋ ਗੁਸਾਈ, ਜਿਵੇਂ ਸੱਚੇ ਪਾਤਸ਼ਾਹ ਤੁਸੀਂ ਜਾਣਦੇ ਉਸੇ ਤਰ੍ਹਾਂ ਰਚ ਲੈਂਦੇ ਬਣਾ ਲੈਂਦੇ ਹੋ। ਤੁਮਰੇ ਮੈਂ ਚਿਤ ਰਹੇ ਸਦਾਈ, ਤੇ ਸਾਡਾ ਚਿੱਤ ਤੇ ਸਦਾ ਤੁਹਾਡੇ ਵਿੱਚ ਹੀ ਲੱਗਾ ਰਹਿੰਦਾ ਹੈ। ਲਈ ਪੱਤਰ ਕਾ ਸਿੱਖ ਸਦਾਇਓ, ਇਸ ਤਰ੍ਹਾਂ ਸੁਨੇਹਾ ਲੈ ਕੇ ਉਹ ਪੱਤਰਕਾ ਲੈ ਕੇ ਸਿੱਖ ਚੱਲ ਪਿਆ ਹੈ ਆਨੰਦਪੁਰ ਸਾਹਿਬ ਤੋਂ। ਨਮੋ ਕਰਤੇ ਨੈ ਬਿਲਮਾਇਓ, ਨਮਸਕਾਰ ਕਰਦਿਆਂ ਹੀ ਕਲਗੀਧਰ ਸਾਹਿਬ ਜੀ ਨੂੰ ਦੇਰੀ ਕੋਈ ਨਹੀਂ ਲਾਈ ਦੌੜ ਪਿਆ। ਦਿੱਲੀਪੁਰ ਕੇ ਪੰਥ ਸੁਧਾਰਾ, ਇਸ ਤਰ੍ਹਾਂ ਦਿੱਲੀ ਵੱਲ ਨੂੰ ਚੱਲ ਪਿਆ ਹੈ ਰਸਤੇ ਤੇ। ਨਿਹ ਦਿਨ ਗਮਨਿਓ ਜਾਏ ਸੁਖਾਰਾ, ਰਾਤ ਦਿਨ ਬੜੇ ਸੁਖ ਦੇ ਨਾਲ ਚੱਲਿਆ ਜਾ ਰਿਹਾ ਹੈ। ਕਿਤਕ ਸਮੇਂ ਮੈਂ ਪਹੁੰਚਿਓ ਜਾਈ, ਕੁਝ ਕੁ ਸਮੇਂ ਵਿੱਚ ਚੱਲਦਾ ਹੋਇਆ ਜਾ ਪਹੁੰਚਿਆ ਦਿੱਲੀ ਵਿੱਚ। ਔਰਪੁਰੇ ਕੇ ਪ੍ਰਵੇਸ਼ਿਓ ਤਹਾਈ, ਨਗਰ ਦਿੱਲੀ ਦੇ ਦਰਵਾਜ਼ੇ ਥਾਣੀ ਦੌੜ ਕੇ ਚਲੇ ਗਿਆ ਅੰਦਰ। ਡਰ ਵਿਹੀਨ ਕਾਰਾਗ੍ਰਹਿ ਗਇਓ, ਬਿਨਾਂ ਡਰ ਤੋਂ ਹੀ ਕਾਰਾਗ੍ਰਹਿ ਵੱਲ ਨੂੰ ਚਲੇ ਗਿਆ। ਸਤਿਗੁਰ ਅੰਤਰ ਦੇਖਤ ਭਇਓ, ਸਤਿਗੁਰੂ ਸਾਹਿਬ ਜੀ ਕਾਰਾਗ੍ਰਹਿ ਦੇ ਅੰਦਰ ਹਨ। ਹੱਥ ਜੋੜ ਕਰ ਸੀਸ ਨਵਾਇਓ, ਸਿੱਖ ਨੇ ਵੇਖਿਆ ਤੇ ਹੱਥ ਜੋੜ ਕੇ ਗੁਰੂ ਸਾਹਿਬ ਨੂੰ ਸੀਸ ਝੁਕਾਇਆ, ਨਮਸਕਾਰ ਕੀਤੀ। ਬਦਨ ਪ੍ਰਫੁੱਲਤ ਦਰਸ਼ਨ ਪਾਇਓ, ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਦੋਂ ਦਰਸ਼ਨ ਕੀਤਾ ਨਾ, ਸਤਿਗੁਰੂ ਜੀ ਦਾ ਮੁਖ ਉਸੇ ਤਰ੍ਹਾਂ ਖਿੜਿਆ ਹੋਇਆ ਹੈ। ਧਰੇ ਪੱਤਰ ਕਾ ਗੁਰੂ ਅਗਾਰੀ, ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਵੱਲੋਂ ਲਿਖੀ ਹੋਈ ਚਿੱਠੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਗੇ ਰੱਖ ਦਿੱਤੀ ਹੈ। ਸੁਧ ਕੁਟੰਬ ਕੀ ਸਕਲਿਓ ਚਾਰੀ, ਔਰ ਸਾਰੀ ਪਰਿਵਾਰ ਦੀ ਰਾਜੀ ਖੁਸ਼ੀ ਜਿਹੜੀ ਉਹ ਦੱਸਣਾ ਕੀਤੀ। ਹਰ ਤਰ ਖੋਲ ਪੱਠੀ ਤਤਕਾਲਾ, ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੱਥ ਵਿੱਚ ਪਕੜ ਕੇ ਨਾ ਉਹ ਚਿੱਠੀ ਉਹਨੂੰ ਫੜ ਕੇ ਖੋਲ ਕੇ ਤੇ ਪੜ੍ਹਨਾ ਕੀਤਾ ਛੇਤੀ ਨਾਲ। ਸਰੀ ਸਤਿਗੁਰ ਔਰ ਧੀਰ ਬਸਾਲਾ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹਿਰਦੇ ਵਿੱਚ ਬਹੁਤਾ ਹੌਸਲਾ ਹੈ। ਨੇ ਨੰਦਨ ਕੋ ਆਸ਼ਾ ਪਰਖਤ, ਆਪਣੇ ਪੁੱਤਰ ਦਾ ਆਸ਼ਾ ਪਰਖਦੇ ਨੇ ਜੋ ਕਲਗੀਧਰ ਸਾਹਿਬ ਜੀ ਨੇ ਲਿਖ ਕੇ ਭੇਜਿਆ ਹੈ। ਅਦਕ ਗੰਭੀਰ ਜਾਨ ਮਨ ਹਰਖਤ, ਜਾਣਦੇ ਹਨ ਵੀ ਬਹੁਤੇ ਗੰਭੀਰ ਡੂੰਘੇ ਆਸ਼ੇ ਵਾਲੇ, ਇਸ ਕਰਕੇ ਖੁਸ਼ ਹੁੰਦੇ ਗੁਰੂ ਤੇਗ ਬਹਾਦਰ ਸਾਹਿਬ ਜੀ। ਲੱਖੋਂ ਬਰਖਨ ਕੋ ਤਪਦੀਹਾ, ਤੇ ਜਾਣਦੇ ਨੇ ਵੀ ਲੱਖਾਂ ਸਾਲ ਇਹਨਾਂ ਨੇ ਤਪ ਕਰਨਾ ਕੀਤਾ ਦੁਸ਼ਟ ਦਮਨ ਦੇ ਰੂਪ ਵਿੱਚ। ਇਨਕੇ ਉਪਜਾਵਨ ਹਿਤ ਪ੍ਰੀਹਾ, ਇਹਨਾਂ ਦੇ ਪੈਦਾ ਕਰਨ ਦੀ ਪ੍ਰੀਹਾ ਇੱਛਾ ਮਨ ਵਿੱਚ। ਏਕ ਓੰਕਾਰ ਆਰਾਧਨ ਕਰੇ, ਅਸੀਂ ਵੀ ਏਕ ਓੰਕਾਰ ਪਰਮੇਸ਼ਰ ਦੀ ਆਰਾਧਨਾ ਕੀਤੀ। ਝਟਕੀ ਸਿੰਘ ਖਾਲ ਕਰ ਧਰੇ, ਸਿੰਘ ਦੀ ਖਲ ਨੂੰ ਝਟਕਣਾ ਕੀਤਾ। ਤਬ ਹੂੰ ਪੁਰਸ਼ੋਤਮ ਕੇ ਅੰਸ਼, ਉਸ ਵੇਲੇ ਫਿਰ ਉੱਤਮ ਪੁਰਸ਼ ਦੀ ਅੰਸ਼ ਦੁਸ਼ਟ ਦਮਨ ਜੀ ਅਵਤਰੇ। ਉਪਜੇ ਜਗ ਮਾਨਸ ਕੇ ਹੰਸ, ਉਪਜੇ ਪੈਦਾ ਹੋਏ ਸੰਸਾਰ ਰੂਪੀ ਮਾਨ ਸਰੋਵਰ ਦੇ ਹੰਸ ਸਰੂਪ। ਲੱਖੋਂ ਰਾਸ਼ਕ ਖੰਡ ਖਪਾਏ, ਲੱਖਾਂ ਦੀ ਗਿਣਤੀ ਵਿੱਚ ਰਾਖਸ਼ ਜਿਹੜੇ ਉਹਨਾਂ ਦੇ ਟੋਟੇ ਕੀਤੇ, ਨਾਸ ਕੀਤਾ ਉਹਨਾਂ ਦਾ। ਜੋਧਾ ਯਦਕ ਥਰੇ ਰਣ ਥਾਏ, ਬਹੁਤੇ ਯੋਧਾ ਤੇ ਜੰਗ ਦੇ ਮੈਦਾਨ ਵਿੱਚ ਟਿਕੇ। ਮਿਲੀ ਚੰਡਕਾ ਪਾਏ ਵਿਜੇ ਕੋ, ਇਸੇ ਤਰ੍ਹਾਂ ਚੰਡਕਾ ਜਿਹੜੀ ਸੀ ਇਹਨਾਂ ਨੂੰ ਮਿਲ ਕੇ ਇਹਨਾਂ ਦੀ ਸਹਾਇਤਾ ਨਾਲ ਉਹਨੇ ਵੀ ਜਿੱਤ ਪ੍ਰਾਪਤ ਕੀਤੀ। ਮੁਦਤ ਦੀਏ ਬਾਰ ਦੇਖਿਆ ਜੈ ਕੋ, ਹਾਂ, ਇਸ ਤਰ੍ਹਾਂ ਖੁਸ਼ ਹੋ ਕੇ ਵਰ ਦੇਣਾ ਕੀਤੇ। ਸਤ ਜੁਗ ਆਦ ਵਿਖੇ ਉਤਪੰਨੇ, ਸਤਿਯੁਗ ਦੀ ਸ਼ੁਰੂਆਤ ਦੇ ਵਿੱਚ ਪੈਦਾ ਹੋਏ। ਤਬ ਕੇ ਤਪਨ ਤਪੇ ਮਨ ਮੰਨੇ, ਉਦੋਂ ਦਾ ਮਨ ਮੰਨਿਆ ਤਪ ਤਪਦੇ ਪਏ ਸਨ। ਉਗਰ ਤਪਨ ਦੇ ਵਿਆਕੁਲ ਦੇਵ, ਜਿਨ੍ਹਾਂ ਦੇ ਬਹੁਤੇ ਕਠਨ ਤਪ ਕਰਕੇ ਦੇਵਤੇ ਵਿਆਕੁਲ ਹੋ ਗਏ। ਭਇਓ ਤੇਜਿਆ ਤਪ ਕੋ ਸੇਵ, ਇਸ ਤਰ੍ਹਾਂ ਇਹਨਾਂ ਦਾ ਤੇਜ ਦਾ ਐਸਾ ਤਪ ਜਿਹੜਾ ਸੀ ਹੋਇਆ ਬਹੁਤਾ। ਜਾਬਿਆ
ਆਰਾਧਨਾ ਲਖੀ ਹਮਾਰੀ। ਤੇ ਅਸੀਂ ਵੀ ਆਰਾਧਨਾ ਕੀਤੀ ਅਕਾਲ ਪੁਰਖ ਪਰਮੇਸ਼ਰ ਦੀ। ਜਦੋਂ ਪਰਮੇਸ਼ਰ ਨੇ ਜਾਣਿਆ ਏਕ ਓੰਕਾਰ ਦਇਆ ਤਵ ਧਾਰੀ। ਉਦੋਂ ਏਕ ਓੰਕਾਰ ਪਰਮੇਸ਼ਰ ਨੇ ਸਾਡੇ ਤੇ ਕਿਰਪਾ ਕੀਤੀ। ਤਬ ਗੁਰਤਾ ਹਿਤ ਕਰਿਓ ਪਠਾਵਨ। ਉਸ ਵੇਲੇ ਗੁਰਤਾ ਦੇ ਵਾਸਤੇ, ਗੁਰਤਾ ਗੱਦੀ ਨੂੰ ਸਾਂਭਣ ਵਾਸਤੇ ਸਾਡੇ ਘਰ ਇਹਨਾਂ ਨੂੰ ਪੁੱਤਰ ਦੇ ਰੂਪ ਵਿੱਚ ਭੇਜਣਾ ਕੀਤਾ। ਜੀਵ ਕਰੋੜਨ ਕਰਹਿ ਪਾਵਨ। ਇਹ ਕਰੋੜਾਂ ਹੀ ਜੀਵਾਂ ਨੂੰ ਪਵਿੱਤਰ ਕਰਨਗੇ। ਸ਼ਗਤ ਮਹਿ ਤੇ ਮੈਦ ਮਝਾਰੀ। ਇਹਨਾਂ ਦੇ ਵਿੱਚ ਵੱਡਿਆਂ ਤੋਂ ਵੱਡੀ ਸ਼ਕਤੀ ਹੈ। ਤਨਕ ਨ ਤਉ ਜਨਾਮ ਨ ਥਾਰੀ। ਤਾਂ ਵੀ ਇਹਨਾਂ ਨੇ ਥੋੜੀ ਜਿੰਨੀ ਵੀ ਸ਼ਕਤੀ ਨਹੀਂ ਜਨਾਉਣਾ ਕੀਤੀ। ਆਪਣੇ ਪੁੱਤਰ ਸ੍ਰੀ ਗੋਬਿੰਦ ਰਾਏ ਜੀ ਦੇ ਪਰਥਾਏ ਐਸੇ ਬਚਨ ਸੋਚਦੇ ਮਨ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ। ਹਜ਼ਾਰ ਜਰਨ ਹਮ ਸਿਰ ਲੋ ਠਨ। ਅਸੀਂ ਹਜ਼ਾਰ ਵਸਤੂ ਨੂੰ ਜਰਨ ਵਾਸਤੇ ਸਿਰ ਤੇ ਮੰਨਾਂਗੇ, ਧਾਰਨ ਕਰਾਂਗੇ, ਭਾਵ ਇਸ ਨੂੰ ਜਰ ਕੇ ਵਿਖਾਵਾਂਗੇ। ਇਹ ਧੀਰਜ ਵੀ ਮੈਦ ਮਹਾਨ। ਤੇ ਇਹਨਾਂ ਦੇ ਵਿੱਚ ਵੀ ਬਹੁਤਾ ਧੀਰਜ ਹੈ, ਬਹੁਤ ਵੱਡਾ। ਤਿਨੋ ਕੀਨ ਹਮ ਤੇ ਅਧਿਕਾਈ। ਹਾਂ, ਤਿਨਹੋ ਕੀਨ, ਇਹਨਾਂ ਨੇ ਸਾਡੇ ਨਾਲੋਂ ਵੀ ਵੱਡਾ ਕਰਨਾ ਕੀਤਾ। ਚਾਹੇ ਦੁਰਾਵਨ ਨਹਿ ਨਾ ਜਨਾਈ। ਇਹਨਾਂ ਸਾਡੇ ਨਾਲੋਂ ਵੀ ਵੱਡਾ ਕੀਤਾ ਕਾਰਜ, ਵੀ ਆਪਣੀ ਸ਼ਕਤੀ ਨੂੰ ਛੁਪਾ ਕੇ ਰੱਖਿਆ, ਜਨਾਉਣਾ ਨਹੀਂ ਕੀਤਾ, ਪ੍ਰਗਟ ਨਹੀਂ ਕੀਤੀ। ਉਚਿਤ ਗੁਰੂ ਨਾਨਕ ਮਸਨੰਦ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਦੇ ਯੋਗ ਹਨ ਇਹ। ਹਜ਼ਾਰ ਜਰਨ ਮੈਂ ਲਖੇ ਬੁਲੰਦ। ਤੇ ਵੀ ਜਾਣਿਆ ਹਜ਼ਾਰ ਵਸਤੂ ਨੂੰ ਜਰਨ ਵਿੱਚ ਬਹੁਤੇ ਵੱਡੇ ਹਨ। ਗੁਰ ਘਰ ਵਿਖੇ ਵੱਡੀ ਵਡਿਆਈ। ਗੁਰੂ ਘਰ ਦੇ ਵਿੱਚ ਬਹੁਤੀ ਵੱਡੀ ਵਡਿਆਈ ਹੈ ਜਿਹੜਾ ਹਜ਼ਾਰ ਵਸਤੂ ਨੂੰ ਜਰ ਜਾਵੇ। ਇਨ ਕੋ ਜਾ ਗੁਰਤਾ ਬਨਿਆਈ। ਇਸ ਕਰਕੇ ਇਹਨਾਂ ਨੂੰ ਇਹ ਜਗਤ ਦੀ ਗੁਰਤਾ ਜਿਹੜੀ ਬਣ ਆਉਂਦੀ ਹੈ। ਸੋ ਪ੍ਰਸੰਨ ਹੋਏ ਹੁਕਮ ਬਖਾਨਾ। ਇਹ ਵਿਚਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਨ ਵਿੱਚ ਕੀਤੀ ਹੈ ਔਰ ਸਤਿਗੁਰੂ ਜੀ ਬੜਾ ਪ੍ਰਸੰਨ ਹੋਏ ਤੇ ਹੁਕਮ ਕਰਦੇ ਹਨ। ਉਹ ਸਿੱਖ ਜਾਹੋ ਬਿਲਮ ਕਰ ਹਨ। ਸਤਿਗੁਰੂ ਜੀ ਕਹਿੰਦੇ ਉਹ ਸਿੱਖਾ ਜਾ ਛੇਤੀ ਦੇ ਨਾਲ, ਬਿਨਾਂ ਦੇਰੀ ਤੋਂ। ਸਰੀ ਫਲ ਪੈਸੇ ਪੰਚੋ ਆਨ। ਇੱਕ ਸਰੀ ਫਲ ਨਾਰੀਅਲ ਲਿਆਉਣਾ ਕਰ ਤੇ 5 ਪੈਸੇ ਲਿਆ। ਚਰਬ ਲੋਕੋ ਹੋਏ ਮਹਾਨ। ਸੁੰਦਰ ਸੋਹਣਾ ਫਲ ਵੇਖ ਕੇ ਲੈ ਕੇ ਆਉਣਾ ਕਰ। ਕਾਰਾਗ੍ਰਹਿ ਤੇ ਸਿੱਖ ਤਬ ਗਇਓ। ਉਸ ਵੇਲੇ ਉਹ ਸਿੱਖ ਕਾਰਾਗ੍ਰਹਿ ਤੋਂ ਚੱਲ ਗਿਆ। ਸੁੰਦਰ ਸਰੀ ਫਲ ਕੋ ਪਿਖ ਲਿਓ। ਜਾ ਕਰਕੇ ਸੁੰਦਰ ਨਾਰੀਅਲ ਵੇਖਣਾ ਕੀਤਾ। ਸੰਗ 5 ਪੈਸੇ ਧਰ ਹਾਥ। ਤੇ ਨਾਲ 5 ਪੈਸੇ ਹੱਥ ਤੇ ਧਰ ਕੇ ਲੈ ਆਇਆ ਹੈ। ਪਹੁੰਚਿਓ ਤਤਸ਼ਨ ਜੇਠਾ ਨਾਥ। ਜਿਸ ਥਾਂ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਸਨ, ਉਸ ਸਥਾਨ ਤੇ ਸਿੱਖ ਜਿਹੜਾ ਆਣ ਪਹੁੰਚਿਆ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਫਿਰ ਗੁਰਤਾ ਗੱਦੀ ਜਿਹੜੀ ਹੈ ਆਪਣੇ ਪੁੱਤਰ ਕਲਗੀਧਰ ਸਾਹਿਬ ਨੂੰ ਬਖਸ਼ਣਗੇ ਔਰ ਨਾਲ ਜਿਹੜਾ ਹੈ ਉਹ ਸੁਨੇਹਾ ਵੀ ਭੇਜਣਗੇ। ਔਰ ਕਿਸ ਤਰ੍ਹਾਂ ਸਿੱਖ ਜਾਵੇਗਾ, ਫਿਰ ਕਿਵੇਂ ਸਤਿਗੁਰੂ ਸਾਹਿਬ ਜੀ ਸ਼ਹੀਦੀ ਪ੍ਰਾਪਤ ਕਰਨਗੇ, ਇਹ ਆਉਣ ਵਾਲੀ ਕਥਾ ਵਿੱਚ ਪ੍ਰਸੰਗ ਆਵੇਗਾ। ਇੱਥੋਂ ਤੱਕ ਸਤਿਗੁਰੂ ਜੀ ਦਾ ਜਸ ਵਡਿਆਈ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮਾਫੀ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ